ਹੈਗਾ ਪਲਾਂਟ ਲੋਕੇਸ਼ਨ ਐਨਾਲਿਸਿਸ। ਪਲਾਂਟ ਲੋਕੇਸ਼ਨ ਐਨਾਲਿਸਿਸ ਕੀ ਹੈ, ਕਿਸੇ ਵੀ ਆਪਰੇਸ਼ਨ ਮੈਨੇਜਮੈਂਟ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਕੋਈ ਵੀ ਕੰਪਨੀ ਜਿਹੜੀ ਮੈਨੂਫੈਕਚਰਿੰਗ ਦਾ ਕੰਮ ਕਰ ਰਹੀ ਹੈ ਉਹਨਾਂ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਇੱਕ ਪੁਆਇੰਟ ਹੈਗਾ ਕਿ ਇਹ ਜਿਹੜਾ ਪਲਾਂਟ ਲਗਾਉਣ ਜਾਣਗੇ ਉਹਦੀ ਲੋਕੇਸ਼ਨ ਕਿਸ ਤਰ੍ਹਾਂ ਦੀ ਹੋਊਗੀ। ਕਿਉਂਕਿ ਜਦੋਂ ਪਲਾਂਟ ਲਗਾਉਣ ਜਾਣਾ ਸਾਨੂੰ ਡਿਫਰੈਂਟ ਟਾਈਪਸ ਆਫ ਸਰਵਿਸਿਜ਼, ਜਿਵੇਂ ਸਭ ਤੋਂ ਪਹਿਲਾਂ ਕਰੀ ਰॉ ਮਟੀਰੀਅਲ ਦੀ ਸਰਵਿਸਿਜ਼ ਟਾਈਮ 'ਤੇ ਅਵੇਲੇਬਲ ਹੋਊਗਾ ਕਿ ਨਹੀਂ ਹੋਊਗਾ, ਲੇਬਰ ਜਿਹੜੀ ਸਾਨੂੰ ਲੋੜ ਹੈ ਉਸ ਨੂੰ ਟਾਈਮ ਨਾਲ ਮਿਲੂਗੀ ਨਹੀਂ ਮਿਲੂਗੀ, ਪਾਵਰਸ ਜਿਵੇਂ ਇਲੈਕਟ੍ਰਿਸਿਟੀ ਵਗੈਰਾ ਲੈ ਸਕਦੇ ਹਾਂ ਉਹ ਸਾਡੇ ਕੋਲ ਉਸ 'ਤੇ ਸਪਲਾਈ ਪਹੁੰਚੂਗੀ ਜਾਂ ਨਹੀਂ ਪਹੁੰਚੂਗੀ, ਪਰਮਾਨੈਂਟ 'ਤੇ ਸਪਲਾਈ ਰਹਿਣੀ ਹੈ ਨਹੀਂ ਰਹਿਣੀ ਹੈਗੀ। ਇਹ ਇਸ ਤੋਂ ਇਲਾਵਾ ਬਹੁਤ ਸਾਰੀਆਂ ਆਪਸ਼ਨਸ ਹੋਣਗੀਆਂ ਵੀ ਕੰਪਨੀ ਨੂੰ ਮੀਨਸ ਟਰਾਂਸਪੋਰਟੇਸ਼ਨ ਦੀ ਫੈਸਿਲਿਟੀਜ਼ ਮਿਲ ਸਕਦੀ ਹੈ ਨਹੀਂ ਮਿਲ ਸਕਦੀ ਹੈਗੀ, ਕ੍ਰੈਡਿਟ ਦੀ ਫੈਸਿਲਿਟੀ ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ। ਤਾਂ ਜਦੋਂ ਕੋਈ ਵੀ ਕੰਪਨੀ ਲੱਗਣ ਨੂੰ ਸਟਾਰਟ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਕਿ ਚੱਲਦੇ ਤੁਹਾਨੂੰ ਕਹਿ ਸਕਦੇ ਹਾਂ ਕਿ ਪਲਾਂਟ ਲੋਕੇਸ਼ਨ ਕਿਸੇ ਵੀ ਕੰਪਨੀ ਲਈ ਜਾਂ ਕਿਸੇ ਵੀ ਮੈਨੂਫੈਕਚਰਿੰਗ ਡਿਪਾਰਟਮੈਂਟ ਸਭ ਤੋਂ ਇੰਪੋਰਟੈਂਟ ਟੌਪਿਕ ਹੈ। ਤੁਹਾਡੇ ਕੋਲ ਕੁਐਸਚਨ ਪੁੱਛਿਆ ਵੀ ਨੀਡ ਫॉर ਪਲਾਂਟ ਲੋਕੇਸ਼ਨ ਐਨਾਲਿਸਿਸ, ਇਸ ਦੀ ਜ਼ਰੂਰਤ ਕਿਉਂ ਪੈਂਦੀ ਹੈਗੀ ਇਹਨਾਂ ਕੰਪਨੀ ਨੂੰ। ਕੁਝ ਪੁਆਇੰਟਸ ਲਿਖੇ ਨੇ। ਸਭ ਤੋਂ ਪਹਿਲਾਂ ਕਹਿੰਦਾ ਕੋਈ ਵੀ ਨਵੀਂ ਕੰਪਨੀ ਸਟਾਰਟ ਹੋਣ ਜਾ ਰਹੀ ਹੈ ਉਹਨਾਂ ਨੂੰ ਤਾਂ ਜ਼ਰੂਰ ਪੈਂਦੀ ਹੈ। ਕੋਈ ਇੱਦਾਂ ਤਾਂ ਨਹੀਂ ਹੈ ਵੀ ਕੋਈ ਨਵੀਂ ਕੰਪਨੀ ਜਿੱਥੇ ਮਰਜ਼ੀ ਸਟਾਰਟ ਹੋ ਜਾਊਗੀ, ਉਹਨਾਂ ਨੂੰ ਲੋਕੇਸ਼ਨ ਦਿਖਣੀ ਹੀ ਪੈਂਦੀ ਹੈਗੀ ਹੈ ਕਿ ਉਹਨਾਂ ਦਾ ਬਿਜ਼ਨਸ ਪ੍ਰੋਪਰ ਰਨ ਕਰ ਪਾਊਗਾ ਕਿ ਨਹੀਂ ਕਰ ਪਾਊਗਾ। ਦੂਸਰਾ ਉਹਨਾਂ ਨੂੰ ਇਹ ਵੀ ਦੇਖਣਾ ਪੈਂਦਾ ਹੈਗਾ ਕਿ ਉੱਥੇ ਕੁਝ ਹੋਰ ਵੀ ਐਗਜ਼ਿਸਟਿੰਗ ਮੈਨੂਫੈਕਚਰਿੰਗ ਕੰਪਨੀਜ਼ ਹੈਗੀਆਂ ਕਿ ਨਹੀਂ ਹੈਗੀ, ਇਸ ਲਈ ਵੀ ਜ਼ਰੂਰੀ ਹੈ। ਤੁਸੀਂ ਕੰਪਨੀ ਲਗਾ ਰਹੇ ਹੋ ਉੱਥੇ ਕੋਈ ਹੋਰ ਕੰਪਨੀਜ਼ ਹੈ ਹੀ ਨਹੀਂ ਤਾਂ ਫਿਰ ਤੁਹਾਡੀ ਕੰਪਨੀ ਮੇ ਵੀ ਸ਼ਾਇਦ ਇੱਕ ਅਲੱਗ ਏਰੀਆ ਦੇ ਵਿੱਚ ਹੋ ਸਕਦੀ ਜਿੱਥੇ ਤੁਹਾਨੂੰ ਕੋਈ ਬੈਨੀਫਿਟ ਮਿਲੇ ਨਹੀਂ ਮਿਲੇ। ਜਾਂ ਫਿਰ ਇਹਨਾਂ ਨੇ ਕੁਛ ਇਹ ਵੀ ਲਿਖਿਆ ਕਿ ਤੁਹਾਡੀ ਜਿਹੜੀ ਕੰਪਨੀ ਹੋਊਗੀ ਗਲੋਬਲ ਮਾਰਕੀਟ ਨਾਲ ਡੀਲ ਕਰ ਵੀ ਪਾਊਗੀ ਜਾਂ ਨਹੀਂ ਕਰ ਪਾਊਗੀ। ਗਲੋਬਲ ਮਾਰਕੀਟ ਤੁਸੀਂ ਇੰਡੀਆ ਦੇ ਵਿੱਚ ਮਤਲਬ ਕਿੱਥੇ ਲਗਾ ਰਹੇ ਹੋ, ਆਸ-ਪਾਸ ਦੀ ਜਿੰਨੀ ਵੀ ਚੀਜ਼ਾਂ ਮੈਨੂੰ ਤੁਹਾਨੂੰ ਪਹਿਲਾਂ ਐਗਜ਼ਾਮਪਲ ਸੀ, ਰॉ ਮਟੀਰੀਅਲ ਹੋ ਗਿਆ, ਲੇਬਰ ਹੋ ਗਿਆ, ਫਾਈਨਾਂਸ ਹੋ ਗਿਆ, ਟਰਾਂਸਪੋਰਟੇਸ਼ਨ ਹੋ ਗਿਆ, ਟਾਈਮ ਤੇ ਮੀਨਸ ਅਸੀਂ ਕਹੀਏ ਵੀ ਸਾਨੂੰ ਕਿਸੇ ਪ੍ਰਕਾਰ ਦੇ ਪੈਸੇ ਦੀ ਲੋੜ ਐਮਰਜੈਂਸੀ ਬੇਸ ਤਾਂ ਉਹ ਲੋੜ ਸਾਨੂੰ ਮਿਲਣਗੇ ਜਾਂ ਨਹੀਂ ਮਿਲਣਗੇ, ਮਾਰਕੀਟ ਸਾਡੇ ਲਈ ਹੈ ਜਾਂ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਦੇਖਣ ਲਈ ਕਿਸੇ ਕੰਪਨੀ ਦੀ ਜ਼ਰੂਰੀ ਹੈ ਕਿ ਪਲਾਂਟ ਲੋਕੇਸ਼ਨ ਦੇਖਣਾ। ਬੇਸਿਕ ਪ੍ਰੋਸੀਜਰ ਮੈਕੈਨਿਜ਼ਮ ਫॉर ਪਲਾਂਟ ਲੋਕੇਸ਼ਨ ਡਿਸੀਜਨ। ਜਦੋਂ ਤੁਸੀਂ ਪਲਾਂਟ ਲੋਕੇਸ਼ਨ ਡਿਸੀਜਨ ਲੈਣ ਜਾਓਗੇ ਤਾਂ ਕੁਝ ਸਟੈਪ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਲਿਖਿਆ ਕਿ ਡਿਟਰਮਾਈਨ ਦੀ ਕ੍ਰਾਈਟੇਰੀਆ ਫॉर ਅਸੈਸਿੰਗ ਅਲਟਰਨੇਟਿਵ ਲੋਕੇਸ਼ਨਸ। ਸਾਡੇ ਕੋਲ ਕਹਿੰਦਾ ਅਲਟਰਨੇਟਿਵ ਲੋਕੇਸ਼ਨਸ ਹੋਣੀ ਚਾਹੀਦੀਆਂ ਜਿਹਦੇ ਅਕੋਰਡਿੰਗ ਅਸੀਂ ਕੋਈ ਨਾ ਕੋਈ ਕ੍ਰਾਈਟੇਰੀਆ ਰੱਖ ਲਾਂਗੇ ਜਿਸ ਤੇ ਅਸੈਸਮੈਂਟ ਕਰਾਂਗੇ, ਜਿਵੇਂ ਲਿਖਿਆ ਸੱਚ ਐਜ਼ ਇੰਪਰੂਵਡ ਰੈਵਨਿਊ ਔਰ ਕਮਿਊਨਿਟੀ ਸਰਵਿਸਿਜ਼ ਐਂਡ ਇਫੈਕਟਿਵ ਕਸਟਮਰ ਸਰਵਿਸਿਜ਼। ਕੋਈ ਵੀ ਕ੍ਰਾਈਟੇਰੀਆ ਰੱਖ ਲਿਆ ਕਿ ਸਾਨੂੰ ਫਾਈਨਾਂਸ ਈਜ਼ੀਲੀ ਬਿਜ਼ਨਸ ਮਿਲ ਸਕਦਾ ਉਸ ਏਰੀਆ ਦੇ ਵਿੱਚ ਜਾਂ ਫਿਰ ਕਸਟਮਰਸ ਈਜ਼ੀਲੀ ਬਿਜ਼ਨਸ ਸਾਨੂੰ ਮਿਲ ਸਕਦੇ ਨੇ, ਇਹ ਤੁਸੀਂ ਦੇਖ ਸਕਦੇ ਹੋ। ਦੂਸਰਾ ਕ੍ਰਿਟੀਕਲ ਐਲੀਮੈਂਟ ਸੱਚ ਐਜ਼ ਮਾਰਕੀਟ ਲੋਕੇਸ਼ਨ ਐਂਡ ਨਿਊ ਮਟੀਰੀਅਲ ਅਵੇਲੇਬਿਲਿਟੀ। ਸਭ ਤੋਂ ਬੜਾ ਕ੍ਰਿਟੀਕਲ ਐਲੀਮੈਂਟ ਅਗਰ ਤੁਹਾਨੂੰ ਰॉ ਮਟੀਰੀਅਲ ਅਵੇਲੇਬਿਲਿਟੀ ਨਾ ਹੋਈ ਤਾਂ ਬਿਜ਼ਨਸ ਚੱਲ ਹੀ ਨਹੀਂ ਸਕਦੇ ਕਿਉਂਕਿ ਟਾਈਮ ਨਾਲ ਰॉ ਮਟੀਰੀਅਲ ਚਾਹੀਦਾ ਹੀ ਚਾਹੀਦਾ। ਥਰਡ ਕ੍ਰੀਏਟ ਅਲਟਰਨੇਟਿਵ ਲੋਕੇਸ਼ਨ। ਕੋਸ਼ਿਸ਼ ਇਹ ਨਹੀਂ ਹੈ ਕਿ ਤੁਸੀਂ ਇੱਕ ਲੋਕੇਸ਼ਨ ਸਿਲੈਕਟ ਕਰ ਲਈ ਉੱਥੇ ਹੀ ਤੁਸੀਂ ਸਾਰਾ ਕੰਮ ਬਿਜ਼ਨਸ ਸਟਾਰਟ ਕਰ ਲਓਗੇ, ਕੁਝ ਹੋਰ ਲੋਕੇਸ਼ਨ ਵੀ ਨਾਲ ਤੋਂ ਫਾਈਂਡ ਕਰ ਲਓ। ਉਸ ਤੋਂ ਬਾਅਦ ਲਿਖਿਆ ਕਿ ਲੋਕੇਸ਼ਨ ਆਫ ਕੰਟਰੀ ਔਰ ਕੰਟਰੀਜ਼। ਜਿਹੜੀ ਤੁਸੀਂ ਲੋਕੇਸ਼ਨ ਲੈ ਕੇ ਜਾ ਰਹੇ ਹੋ ਕਿਸੇ ਇੱਕ ਕੰਟਰੀ ਦੇ ਜਾਂ ਡਿਫਰੈਂਟ ਕੰਟਰੀਜ਼ ਦੀਆਂ ਹੈਗੀਆਂ ਨੇ, ਇਹ ਲੋਕੇਸ਼ਨ ਦੇ ਤੁਸੀਂ ਮੈਟਰ ਪਹਿਲਾਂ ਤੋਂ ਅਸੈਸ ਕਰ ਲਓ। ਉਸ ਤੋਂ ਬਾਅਦ ਡਿਟਰਮਾਈਨ ਦੀ ਜਨਰਲ ਏਰੀਆ ਆਫ ਲੋਕੇਸ਼ਨ। ਹਮੇਸ਼ਾ ਡਿਟਰਮਾਈਨ ਕਰੋਗੇ ਜਿਸ ਏਰੀਆ 'ਚ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਕਿ ਐਜ਼ ਪਰ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਸਾਰੀ ਫੈਸਿਲਿਟੀਜ਼ ਉੱਥੇ ਹੈ ਜਾਂ ਨਹੀਂ ਹੈ। ਆਇਡੈਂਟੀਫਾਈ ਫਿਊ ਕਮਿਊਨਿਟੀ ਬੇਸਡ ਅਲਟਰਨੇਟਿਵਸ। ਹਮੇਸ਼ਾ ਕੋਸ਼ਿਸ਼ ਇਹ ਕਰੋ ਕਿ ਜਿੱਥੇ ਲੋਕੇਸ਼ਨ ਜਾ ਰਹੇ ਹੋ ਉੱਥੇ ਕਮਿਊਨਿਟੀ ਬੇਸ ਵੀ ਜ਼ਰੂਰ ਲੈ ਕੇ ਚੱਲੋ ਕਿਉਂਕਿ ਜਿਹੜਾ ਤੁਹਾਡਾ ਬਿਜ਼ਨਸ ਤੁਸੀਂ ਸਟਾਰਟ ਕਰਨ ਜਾਓਗੇ, ਜੋ ਪ੍ਰੋਡਕਟ ਤੁਸੀਂ ਲੈ ਕੇ ਜਾ ਰਹੇ ਹੋ ਉਸ ਕਮਿਊਨਿਟੀ ਲਈ ਤੁਹਾਡੇ ਹੈਲਪਫੁਲ ਵਾਲਾ ਪ੍ਰੋਡਕਟ ਹੈ ਜਾਂ ਨਹੀਂ ਹੈ। ਐਗਜ਼ਾਮਪਲ ਅਸੀਂ ਕਹੀਏ ਅਸੀਂ ਕੋਈ ਕੱਪੜਾ ਉਦਯੋਗੀ ਲਗਾਉਣ ਜਾ ਰਹੇ ਹਾਂ, ਹੁਣ ਕੱਪੜੇ ਦੇ ਵਿੱਚ ਬਹੁਤ ਸਾਰੇ ਜਿਵੇਂ ਅਸੀਂ ਕਹੀਏ ਹਰਿਆਣਾ ਸਾਈਡ ਹੋ ਗਿਆ, ਕੁਛ ਏਰੀਆ ਇੱਦਾਂ ਦੇ ਨੇ ਜ਼ਿਆਦਾਤਰ ਲੋਕ ਬੁਰਕੇ 'ਚ ਰਹਿਣਾ ਪਸੰਦ ਕਰਦੇ ਨੇ, ਮਤਲਬ ਕਿ ਉਹਨਾਂ ਨੂੰ ਹੈ ਹੀ ਨਹੀਂ ਕਿ ਤੁਸੀਂ ਕਹੋ ਵੀ ਨੋਰਮਲ ਅਸੀਂ ਅੱਜ ਦੇ ਟ੍ਰੈਂਡ ਦੇ ਅਕੋਰਡਿੰਗ ਹੀ ਚੱਲੀਏ ਤਾਂ ਉੱਥੇ ਬਿਜ਼ਨਸ ਲਗਾਉਣ ਦਾ ਤੁਹਾਨੂੰ ਬੈਨੀਫਿਟ ਨਹੀਂ ਹੋਣਾ ਚਾਹੀਦਾ। ਤਾਂ ਤੁਸੀਂ ਇੱਕ ਕਮਿਊਨਿਟੀ ਬੇਸ ਵੀ ਜ਼ਰੂਰ ਦੇਖ ਕੇ ਚੱਲੋਗੇ ਵੀ ਉੱਥੇ ਦੇ ਲੋਕਾਂ ਦਾ ਪਹਿਰਾਵਾ ਕਿਸ ਤਰ੍ਹਾਂ ਦਾ ਹੈਗਾ, ਤੁਸੀਂ ਉਸ ਤਰ੍ਹਾਂ ਦਾ ਹੀ ਬਿਜ਼ਨਸ ਸਟਾਰਟ ਕਰਨ ਜਾਓਗੇ। ਚੂਜ਼ ਅ ਸਾਈਟ ਫॉर ਅਮੰਗ ਦੀ ਕਮਿਊਨਿਟੀ ਪੋਸੀਬਿਲਿਟੀਜ਼। ਜਿੰਨੀਆਂ ਤੁਹਾਡੇ ਕੋਲ ਕਮਿਊਨਿਟੀਜ਼ ਹੋਣਗੀਆਂ ਪੋਸੀਬਿਲਿਟੀਜ਼ ਤੁਹਾਨੂੰ ਲੱਗਦਾ ਵੀ ਅਸੀਂ ਇੱਥੇ ਬਿਜ਼ਨਸ ਲਗਾ ਸਕਦੇ ਹਾਂ, ਉੱਥੇ ਵਿੱਚੋਂ ਕੋਈ ਤੁਹਾਨੂੰ ਸੂਟੇਬਲ ਬੈਸਟ ਲੱਗਦੀ ਹੈ ਤੁਸੀਂ ਉਸ ਜਗ੍ਹਾ 'ਤੇ ਆਪਣਾ ਬਿਜ਼ਨਸ ਸੈਟਅਪ ਕਰ ਸਕਦੇ ਹੋ। ਉਹ ਆਪਣੇ ਬਿਜ਼ਨਸ ਦੀਆਂ ਜੋ ਆਪਸ਼ਨਸ ਨੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਆਪਣੇ ਡਿਜ਼ਾਇਰਸ ਨੂੰ ਉਹਨਾਂ ਨੂੰ ਕੰਪਲੀਟ ਕਰ ਸਕਦੇ ਹੋ। ਲੇਕਿਨ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਚੂਜ਼ਿੰਗ ਕੈਪੈਸਿਟੀ ਕਿੱਦਾਂ ਦੀ ਹੈਗੀ ਹੈ। ਅਗਰ ਤੁਸੀਂ ਨਾਰਮਲ ਬਸ ਸੋਚ ਕੇ ਬਿਜ਼ਨਸ ਲਗਾ ਲਿਆ ਤਾਂ ਮੇ ਵੀ ਤੁਹਾਨੂੰ ਉਹਦਾ ਲੋਸ ਵੀ ਹੋ ਸਕਦਾ ਹੈ, ਅਗਰ ਪ੍ਰੋਪਰ ਸੈਟਅਪ ਕਰਕੇ ਲਗਾਓਗੇ ਤਾਂ ਉਹਦਾ ਬੈਨੀਫਿਟ ਵੀ ਹੋਣਗੇ। ਸਟ੍ਰੈਟਜੀ ਆਪਸ਼ਨਸ ਫॉर ਪਲਾਂਟ ਮੈਨੂਫੈਕਚਰਿੰਗ। ਜਦੋਂ ਕੋਈ ਪਲਾਂਟ ਮੈਨੂਫੈਕਚਰਿੰਗ ਵਾਲਾ ਕਿਤੇ ਵੀ ਲੱਗਦਾ ਹੈ ਤਾਂ ਕਿਹੜੀ ਸਟ੍ਰੈਟਜੀ ਯੂਜ਼ ਕਰ ਸਕਦੇ ਨੇ। ਸਭ ਤੋਂ ਪਹਿਲਾਂ ਲਿਖਿਆ ਕਿ ਪ੍ਰੋਡਕਟ ਪਲਾਂਟ ਸਟ੍ਰੈਟਜੀ। ਪ੍ਰੋਡਕਟ ਪਲਾਂਟ ਸਟ੍ਰੈਟਜੀ ਮੀਨਸ ਅਸੀਂ ਕਿਸ ਤਰ੍ਹਾਂ ਦਾ ਪ੍ਰੋਡਕਟ ਸੈਟਅਪ ਕਰਨ ਜਾਵਾਂਗੇ, ਉਹ ਪਲਾਂਟ ਦੀ ਸਟ੍ਰੈਟਜੀ ਦੇ ਉੱਪਰ ਸੈਟਅਪ ਕਰਦਾ ਹਾਂ। ਹੁਣ ਤੁਸੀਂ ਹਾਲੇ ਤੱਕ ਕੰਪਨੀ ਲਗਾਈ ਨਹੀਂ, ਤੁਸੀਂ ਕਹੋਗੇ ਅਸੀਂ ਪ੍ਰੋਡਕਟ ਵੀ ਬਣਾਉਣ ਜਾ ਰਹੇ ਹਾਂ, ਹੋ ਨਹੀਂ ਸਕਦਾ। ਪਹਿਲਾਂ ਤਾਂ ਕਲੀਅਰ ਹੋ ਜਾਣਾ ਚਾਹੀਦਾ ਹੈਗਾ ਜਿਹੜੀ ਤੁਸੀਂ ਕੰਪਨੀ ਲਗਾ ਰਹੇ ਹੋ ਉਹਦੇ ਵਿੱਚ ਪ੍ਰੋਡਕਟ ਕਿਸ ਤਰ੍ਹਾਂ ਦਾ ਬਣਾਓ, ਪ੍ਰੋਡਕਟ ਦੇ ਬੇਸ ਤੇ ਹੀ ਕੋਈ ਪਲਾਂਟ ਜੋ ਹੈ ਸੈਟਅਪ ਹੋ ਸਕਦਾ ਹੈ। ਦੂਸਰਾ ਮਾਰਕੀਟ ਏਰੀਆ, ਜਿਹੜਾ ਪ੍ਰੋਡਕਟ ਤੁਸੀਂ ਬਣਾਓਗੇ ਕਿੰਨੇ ਕੁ ਏਰੀਆ ਦੇ ਵਿੱਚ ਉਹ ਸੇਲ ਹੋ ਸਕਦਾ ਹੈ। ਮੈਨੇ ਐਗਜ਼ਾਮਪਲ ਜਿਵੇਂ ਕੱਪੜੇ ਵਾਲੀ ਲਈ ਤਾਂ ਹਰਿਆਣਾ ਦੇ ਬੇਸ ਤੇ ਤਾਂ ਥੋੜਾ ਏਰੀਆ ਵੀ ਕਲੀਅਰ ਹੋ ਜਾਣਾ ਚਾਹੀਦਾ ਵੀ ਸਾਰਾ ਤਾਂ ਨਹੀਂ ਕਹਿ ਸਕਦੇ ਸੀ ਹਰਿਆਣਾ, ਲੇਕਿਨ ਜਿੱਥੇ ਤੁਸੀਂ ਲਗਾਉਣ ਜਾ ਰਹੇ ਹੋ
ਉੱਥੇ ਦਾ ਪਹਿਰਾਵਾ ਲੋਕਾਂ ਦਾ ਕਿਵੇਂ ਦਾ, ਤਾਂ ਉਹ ਮਾਰਕੀਟ ਤੁਹਾਡੇ ਕੋਲ ਅਵੇਲੇਬਲ ਹੈ ਜਾਂ ਨਹੀਂ ਹੈ। ਥਰਡ ਹੈਗਾ ਪ੍ਰੋਸੈਸ ਪਲਾਂਟ ਸਟ੍ਰੈਟਜੀ, ਜਿਹੜਾ ਤੁਸੀਂ ਪ੍ਰੋਡਕਟ ਬਣਾਓਗੇ ਕਿੰਨੇ ਟਾਈਮ ਦੇ ਵਿੱਚ ਉਹਨੂੰ ਜਨਰੇਟ ਕਰ ਸਕਦੇ ਹੋ, ਰॉ ਮਟੀਰੀਅਲ ਨੂੰ ਫਿਨਿਸ਼ ਗੁੱਡਸ ਦੇ ਵਿੱਚ ਕਨਵਰਟ ਕਰਨ ਲਈ ਕਿੰਨਾ ਟਾਈਮ ਲੱਗੇਗਾ, ਇਸ ਦੇ ਬੇਸ ਦੇ ਉੱਪਰ ਵੀ ਤੁਹਾਡੀ ਸਟ੍ਰੈਟਜੀ ਹੋਣੀ ਚਾਹੀਦੀ ਹੈ। ਤੁਸੀਂ ਇੱਦਾਂ ਨਹੀਂ ਕਹਿ ਸਕਦੇ ਅੱਜ ਅਸੀਂ ਰॉ ਮਟੀਰੀਅਲ ਯੂਜ਼ ਕਰ ਰਹੇ ਹਾਂ, ਮਹੀਨੇ ਤੋਂ 2 ਮਹੀਨੇ ਲੱਗ ਜਾਣਗੇ ਪ੍ਰੋਡਕਟ ਰੈਡੀ ਹੋਣ ਨੂੰ। ਟਾਈਮ ਦੇ ਅਕੋਰਡਿੰਗ ਮਾਰਕੀਟ ਦੇ ਤੁਹਾਨੂੰ ਡਿਮਾਂਡ ਦੇ ਅਕੋਰਡਿੰਗ ਪ੍ਰੋਡਕਟ ਪਹੁੰਚਾਉਣਾ, ਤਾਂ ਉੱਪਰ ਸਟ੍ਰੈਟਜੀ ਤੁਹਾਡੀ ਸੈਟਅਪ ਹੋਣੀ ਚਾਹੀਦੀ ਹੈ। ਜਨਰਲ ਪਰਪਸ ਪਲਾਂਟ ਸਟ੍ਰੈਟਜੀ, ਜਿਹੜਾ ਤੁਸੀਂ ਪਲਾਂਟ ਲਗਾਉਣ ਜਾ ਰਹੇ ਹੋ ਉਹਦਾ ਇੱਕ ਮੇਨ ਜਨਰਲ ਪਰਪਸ ਕੀ ਹੈ। ਕੋਈ ਵੀ ਕੰਪਨੀ ਹੈ ਜਦੋਂ ਕੋਈ ਬਿਜ਼ਨਸ ਲਗਾਉਂਦੀ ਹੈ ਤਾਂ ਮੀਨਸ ਪ੍ਰੋਫਿਟ ਬੇਸ ਤੇ ਹੀ ਲਗਾਉਂਦੀ ਹੈ। ਤੁਹਾਡਾ ਪ੍ਰੋਫਿਟ ਪਲੈਨਿੰਗ ਵੀ ਕਲੀਅਰ ਹੋਣੀ ਚਾਹੀਦੀ ਹੈ। ਇੱਕ ਪੁਆਇੰਟ ਤੁਸੀਂ ਉਹਦੇ ਵਿੱਚ ਕਲੀਅਰ ਕਰਕੇ ਰੱਖ ਲਓਗੇ ਜਿਹਨੂੰ ਅਸੀਂ BEP ਪੁਆਇੰਟ ਕਹਿੰਦੇ ਹੈਗੇ ਆ, ਬ੍ਰੇਕ ਇਵਨ ਪੁਆਇੰਟ। ਹੁਣ ਤੁਹਾਡੇ ਬਿਜ਼ਨਸ ਦਾ ਬ੍ਰੇਕ ਇਵਨ ਪੁਆਇੰਟ ਕਿੱਥੇ ਹੋਏਗਾ, ਨੋ ਪ੍ਰੋਫਿਟ ਨੋ ਲੋਸ ਵਾਲਾ ਪੁਆਇੰਟ ਹੁੰਦਾ ਹੈ ਵੀ ਜਿਸ ਜਦੋਂ ਇਸ ਕੰਪਨੀ ਇਸ ਪੁਆਇੰਟ ਤੇ ਆ ਜਾਊਗੀ ਨਾ ਕੰਪਨੀ ਨੂੰ ਪ੍ਰੋਫਿਟ ਹੋਏਗਾ ਨਾ ਲੋਸ ਹੋਏਗਾ, ਮੀਨਸ ਇੱਕ ਪੈਰਲਲ ਕੰਡੀਸ਼ਨ ਤੇ ਚੱਲੇਗੀ। ਕੰਪਨੀ ਆਲਵੇਜ਼ ਕੋਸ਼ਿਸ਼ ਕਰੂਗੀ ਕਿ ਇਸ ਪੁਆਇੰਟ ਦੇ ਉੱਪਰ ਜਾਈਏ ਤਾਂ ਕਿ ਸਾਨੂੰ ਪ੍ਰੋਫਿਟ ਹੁੰਦਾ ਚਲਾ ਜਾਵੇ। ਫਿਰ ਹੈਗੇ ਫੈਕਟਰ ਅਫੈਕਟਿੰਗ ਪਲਾਂਟ ਲੋਕੇਸ਼ਨ ਐਨਾਲਿਸਿਸ, ਇੱਦਾਂ ਦੇ ਕਿਹੜੇ ਫੈਕਟਰ ਨੇ ਜਿਹੜੇ ਕਹਿੰਦੇ ਪਲਾਂਟ ਲੋਕੇਸ਼ਨ ਐਨਾਲਿਸਿਸ ਨੂੰ ਇਫੈਕਟ ਕਰ ਸਕਦੇ ਨੇ। ਸਭ ਤੋਂ ਪਹਿਲਾਂ ਤਾਂ ਕਹਿੰਦਾ ਜਦੋਂ ਵੀ ਲੋਕੇਸ਼ਨ ਫੈਕਟਰ ਨੂੰ ਦੇਖਣ ਜਾਓਗੇ ਤੁਹਾਡੇ ਕੋਲ 2 ਫੈਕਟਰ ਹੋ ਸਕਦੇ ਨੇ, ਇੱਕ ਕੰਟਰੋਲੇਬਲ ਇੱਕ ਅਨਕੰਟਰੋਲੇਬਲ। ਕੰਟਰੋਲੇਬਲ ਫੈਕਟਰ ਕੀ ਹੋ ਸਕਦੇ ਨੇ, ਤੁਹਾਡੀ ਜਿਹੜੀ ਮਾਰਕੀਟ ਹੈ, ਸਪਲਾਈ ਆਫ ਮਟੀਰੀਅਲ ਹੈ, ਟਰਾਂਸਪੋਰਟੇਸ਼ਨ ਹੈ, ਫੈਸਿਲਿਟੀ ਇਨਫਰਾਸਟ੍ਰਕਚਰ ਅਵੇਲੇਬਿਲਿਟੀ, ਲੇਬਰ, ਐਕਸਟਰਨਲ ਇਕਨੋਮਿਕਸ, ਕੈਪੀਟਲ, ਇਹ ਸਾਰੇ ਕੰਟਰੋਲੇਬਲ ਫੈਕਟਰ ਨੇ। ਮੰਨ ਲਓ ਕਿਸੇ ਇੱਕ ਏਰੀਆ ਦੇ ਵਿੱਚ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਮਿਲ ਰਹੀਆਂ, ਮੈਂ ਦੂਸਰੀ ਤੁਹਾਨੂੰ ਮਿਲ ਸਕਦੀਆਂ ਨੇ, ਮੀਨ ਤੁਸੀਂ ਇਹਨਾਂ ਨੂੰ ਕੰਟਰੋਲ ਕਰ ਸਕਦੇ ਹੋ। ਇੱਕ ਅਨਕੰਟਰੋਲੇਬਲ ਫੈਕਟਰ ਹੁੰਦੇ ਨੇ ਜਿਵੇਂ ਸਭ ਤੋਂ ਪਹਿਲਾਂ ਗਵਰਨਮੈਂਟ ਪਾਲਿਸੀ। ਇਹ ਜਨਰਲ ਕੰਡੀਸ਼ਨ ਜਦੋਂ ਵੀ ਕੰਪਨੀ ਲੱਗਣ ਜਾਊਗੀ ਸਭ ਤੋਂ ਜ਼ਿਆਦਾ ਅਫੈਕਟ ਕਰਦੀ ਹੈਗੀ ਗਵਰਨਮੈਂਟ ਪਾਲਿਸੀ। ਗਵਰਨਮੈਂਟ ਜਦੋਂ ਵੀ ਚੇਂਜ ਹੋਊਗੀ ਉਹ ਪਾਲਿਸੀ ਜੋ ਬਣਾਉਣਗੇ ਪਲਾਂਟ ਦੇ ਉੱਪਰ ਅਫੈਕਟ ਪੈਂਦਾ ਹੀ ਪੈਂਦਾ ਹੈਗਾ ਹਮੇਸ਼ਾ। ਕੋਈ ਗਵਰਨਮੈਂਟ ਆ ਜਾਵੇ ਉਹਨਾਂ ਨੇ ਟੈਕਸ ਵਧਾਤੇ ਤਾਂ ਕੰਪਨੀ ਮਨਾ ਨਹੀਂ ਕਰ ਸਕਦੀ, ਉਹਨਾਂ ਨੂੰ ਟੈਕਸ ਪੇ ਕਰਨੇ ਹੀ ਪੈਣਗੇ। ਗਵਰਨਮੈਂਟ ਕਹੇ ਵੀ ਅਸੀਂ ਸਬਸਿਡੀ ਦੇਣਾ ਬੰਦ ਕਰਾਂਗੇ ਤਾਂ ਉੱਥੇ ਸਬਸਿਡੀ ਬੰਦ ਹੋਊਗੀ ਤਾਂ ਵੀ ਪਲਾਂਟ ਨੂੰ ਅਫੈਕਟ ਹੋਏਗਾ ਹੀ ਹੋਏਗਾ। ਕਲਾਈਮੇਟ ਕੰਡੀਸ਼ਨ, ਤੁਸੀਂ ਕੋਈ ਇੱਦਾਂ ਦੀ ਜਗ੍ਹਾ ਤੇ ਬਿਜ਼ਨਸ ਕਰ ਲਓ ਜਿੱਥੇ ਮੀਨਸ ਲਗਾਤਾਰ ਹੀ ਬਾਰਿਸ਼ ਹੁੰਦੀ ਰਹਿੰਦੀ ਹੈਗੀ ਹੈ, ਜਾਂ ਅਸੀਂ ਗਏ ਉਸ ਏਰੀਆ ਦੇ ਵਿੱਚ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਨਹੀਂ ਹੈਗੀ, ਕਲਾਈਮੇਟ ਕੰਡੀਸ਼ਨ ਇੱਦਾਂ ਦੀ ਹੈਗੀ, ਪਹਾੜਾਂ ਦੇ ਵਿੱਚ ਤੁਸੀਂ ਬਿਜ਼ਨਸ ਲਗਾ ਲਓ ਉੱਥੇ ਹਾਲੇ ਸੜਕਾਂ ਹੀ ਨਹੀਂ ਬਣੀਆਂ ਹੈਗੀਆਂ, ਉੱਥੇ ਪ੍ਰੋਬਲਮਸ ਨੂੰ ਆ ਸਕਦੀਆਂ ਹੈਗੀਆਂ ਨੇ। ਜਾਂ ਫਿਰ ਸਪੋਰਟਿੰਗ ਇੰਡਸਟਰੀ ਸਰਵਿਸਿਜ਼ ਕਮਿਊਨਿਟੀ ਐਂਡ ਲੇਬਰ ਐਟੀਟਿਊਡਸ, ਕਮਿਊਨਿਟੀ ਇਨਫਰਾਸਟ੍ਰਕਚਰਸ, ਸਭ ਤੋਂ ਜ਼ਿਆਦਾ ਮੈਟਰ ਕਰਦਾ ਲੇਬਰ ਐਟੀਟਿਊਡਸ। ਉੱਥੇ ਦੇ ਲੋਕ ਜਿਹੜੇ ਕੰਮ ਕਰਨ ਵਾਲੇ ਨੇ ਕਿਸ ਤਰ੍ਹਾਂ ਦੇ, ਬਹੁਤ ਸਾਰੇ ਲੋਕ ਉਹਨਾਂ ਨੇ ਵੀ ਐਟੀਟਿਊਡ ਦੇ ਬੇਸ ਤੇ ਕੰਮ ਹੀ ਨਹੀਂ ਕਰਦੇ, ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਜੋ ਸਕਿੱਲਸ ਦੇ ਅਕੋਰਡਿੰਗ ਕੰਮ ਮਿਲੂਗਾ ਅਸੀਂ ਉਹੀ ਕੰਮ ਕਰਾਂਗੇ, ਅਦਰਵਾਈਜ਼ ਕਰਨਾ ਹੀ ਨਹੀਂ ਹੈ। ਆਪਣੇ ਇੰਡੀਆ 'ਚ ਜ਼ਿਆਦਾਤਰ ਅਨਇੰਪਲੋਇਮੈਂਟ ਇਸ ਬੇਸ ਤੇ ਹੀ ਹੈ, ਬਹੁਤ ਸਾਰੇ ਲੋਕ ਕੰਮ ਕਰਦੇ ਨੇ ਲੇਕਿਨ ਕਰਨਾ ਨਹੀਂ ਚਾਹੁੰਦੇ ਹੁੰਦੇ, ਉਹਨਾਂ ਨੂੰ ਲੱਗਦਾ ਕਿ ਸਾਨੂੰ ਘੱਟ ਸੈਲਰੀ ਮਿਲ ਰਹੀ ਹੈ ਜਾਂ ਸਾਡੇ ਅਕੋਰਡਿੰਗ ਸਾਨੂੰ ਜੌਬ ਨਹੀਂ ਮਿਲ ਰਹੀ। ਉਹੀ ਇੰਡੀਅਨ ਪਰਸਨ ਬਾਹਰ ਜਾ ਕੇ ਕੁਝ ਵੀ ਕਰ ਲੈਂਦੇ ਹੈਗੇ ਨੇ, ਉੱਥੇ ਵੀ ਤਾਂ ਦਿਹਾੜੀਆਂ ਕਰਨੀਆਂ ਹੁੰਦੀਆਂ ਨੇ। ਤਾਂ ਇਹ ਮੈਟਰ ਵੀ ਜ਼ਰੂਰ ਕਰਦਾ ਹੁੰਦਾ ਵੀ ਕੰਟਰੋਲੇਬਲ ਔਰ ਅਨਕੰਟਰੋਲੇਬਲ ਫੈਕਟਰ ਕੁਝ ਬਿਜ਼ਨਸ ਨੂੰ ਇਫੈਕਟ ਕਰ ਸਕਦੇ ਨੇ। ਉਸ ਤੋਂ ਬਾਅਦ ਇਹਨਾਂ ਲਿਖਿਆ ਕਿ ਸਪੈਸੀਫਿਕ ਲੋਕੇਸ਼ਨ ਕ੍ਰਾਈਟੇਰੀਆ ਫॉर ਮੈਨੂਫੈਕਚਰਿੰਗ ਐਂਡ ਸਰਵਿਸ ਆਰਗੇਨਾਈਜੇਸ਼ਨ ਡਿਮਾਂਡ ਬੇਸ ਤੇ ਵੀ ਕਹਿੰਦਾ ਕੁਝ ਐਗਜ਼ਾਮਪਲਸ ਇਹਨਾਂ ਲਈਆਂ ਹੈਗੀਆਂ ਨੇ ਕਿ ਬਿਜ਼ਨਸ ਨੂੰ ਇਫੈਕਟ ਕਰ ਸਕਦੀਆਂ ਨੇ। ਸਭ ਤੋਂ ਪਹਿਲੀ ਹੈਗੀ ਹੈ ਡੋਮੀਨੈਂਟ ਫੈਕਟਰਸ। ਡੋਮੀਨੈਂਟ ਫੈਕਟਰਸ ਹੀ ਕਿਸੇ ਨਾ ਕਿਸੇ ਕੰਪਨੀ ਨੂੰ ਜਿਹੜੇ ਅਫੈਕਟ ਕਰਦੇ ਨੇ। ਡੋਮੀਨੈਂਟ ਫੈਕਟਰ ਸਭ ਤੋਂ ਪਹਿਲੇ ਲਿਖੇਗੀ ਫੇਵਰੇਬਲ ਲੇਬਰ ਕਲਾਈਮੇਟ ਪ੍ਰੋਕਸੀਮੇਟ ਟੂ ਮਾਰਕੀਟਸ। ਜਿਹੜੀ ਲੇਬਰ ਦੀ ਕਲਾਈਮੇਟ ਹੈ ਉਹਨਾਂ ਦਾ ਵਾਤਾਵਰਨ ਕਿੱਦਾਂ ਦਾ ਹੈ। ਬਹੁਤ ਸਾਰੀ ਲੇਬਰ ਕੀ ਹੁੰਦੀ ਹੈ ਵੀ ਇੱਕ ਪਰਸਨ ਨੇ ਕੁਝ ਕਹਿਤਾ ਮੰਨ ਸੀ ਕਿ ਰਾਜਾ ਬੇਸ ਤੇ ਕੰਮ ਚੱਲ ਰਿਹਾ ਵੀ ਸਾਡੇ ਇੱਕ ਪਰਸਨ ਜੋ ਕਹੂਗਾ ਅਸੀਂ ਉਹੀ ਕੰਮ ਕਰਾਂਗੇ। ਅਗਰ ਮੰਨ ਲਓ ਇੱਕ ਪਰਸਨ ਵੀ ਮੂਵ ਕਰ ਰਿਹਾ ਤਾਂ ਸਾਰੇ ਪਰਸਨ ਉਹਦੇ ਨਾਲ ਹੀ ਪਿੱਛੇ ਮੂਵ ਕਰਨ ਲੱਗ ਜਾਣਗੇ। ਅਗਰ ਤੁਸੀਂ ਇੱਦਾਂ ਦੀ ਜਗ੍ਹਾ ਤੇ ਬਿਜ਼ਨਸ ਲਗਾਉਣ ਜਾ ਰਹੇ ਹੋ ਤਾਂ ਮੇ ਵੀ ਤੁਹਾਨੂੰ ਪ੍ਰੋਬਲਮਸ ਆ ਸਕਦੀਆਂ ਕਿ ਤੁਹਾਨੂੰ ਲੇਬਰ ਦੇ ਅਕੋਰਡਿੰਗ ਹੀ ਕੰਮ ਕਰਨਾ ਪਊਗਾ। ਅਗਰ ਲੇਬਰ ਕਹਿ ਰਹੀ ਸੈਲਰੀ ਤਾਂ ਤੁਹਾਨੂੰ ਵਧਾਉਣੀ ਪੈਣਗੀਆਂ, ਨਹੀਂ ਤਾਂ ਸਾਰੇ ਜਾਣੇ ਛੋੜ ਕੇ ਵੀ ਜਾ ਸਕਦੇ ਹੈਗੇ। ਉਸ ਤੋਂ ਬਾਅਦ ਲਿਖਿਆ ਕਿ ਕੁਆਲਿਟੀ ਆਫ ਲਾਈਫ, ਜਿਹੜੀ ਤੁਸੀਂ ਕੰਪਨੀ ਲਗਾ ਪ੍ਰੋਡਕਟ ਲਗਾਉਣ ਜਾ ਰਹੇ ਹੋ ਉਹਦੀ ਕੁਆਲਿਟੀ ਆਫ ਲਾਈਫ ਕਿਸ ਤਰ੍ਹਾਂ, ਮੀਨਸ ਪ੍ਰੋਡਕਟ ਦਾ ਲਾਈਫ ਸਟਾਈਲ ਕਿਵੇਂ ਤੁਸੀਂ ਪ੍ਰੋਡਕਟ ਲੈ ਕੇ ਜਾ ਰਹੇ ਹੋ, ਕਿਸ ਲੈਵਲ ਤੱਕ ਉਹ ਚੱਲ ਸਕਦਾ ਹੈਗਾ। ਹੁਣ ਤੁਹਾਡਾ ਪ੍ਰੋਡਕਟ ਹੈ ਹੀ ਸਿਰਫ 2-3 ਦਿਨ ਵਾਲਾ, ਉਹਦੀ ਐਕਸਪਾਇਰੀ ਨਾਲ ਦੀ ਨਾਲ ਹੀ ਹੋ ਜਾਂਦੀ ਹੈ ਤਾਂ ਉੱਥੇ ਤੁਹਾਨੂੰ ਪ੍ਰੋਬਲਮ ਜਨਰੇਟ ਹੋ ਸਕਦੀ ਹੈ ਕਿਉਂਕਿ ਤੁਸੀਂ ਜਗ੍ਹਾ ਤੇ ਪ੍ਰੋਡਕਟ ਪਹੁੰਚਾਉਣਾ ਵੀ ਹੈ ਤਾਂ ਟਾਈਮ ਵੀ ਤੁਹਾਨੂੰ ਲੱਗਣਾ ਹੈ। ਕੁਛ ਹੈਗੇ ਸੈਕੰਡਰੀ ਫੈਕਟਰ। ਸੈਕੰਡਰੀ ਫੈਕਟਰ ਜਿਹਨਾਂ ਲਿਖਿਆ ਹੈਗਾ ਕਿ ਰੂਮ ਫॉर ਐਕਸਪੈਂਸ਼ਨਸ, ਕੰਸਟਰਕਸ਼ਨ ਕੋਸਟ, ਅਸੈਸਿਬਿਲਿਟੀ ਆਫ ਮਲਟੀ ਮੋਡਸ ਟਰਾਂਸਪੋਰਟੇਸ਼ਨ। ਅਸੀਂ ਕਿੰਨਾ ਕੁ ਬਿਜ਼ਨਸ ਆਪਣਾ ਐਕਸਪੈਂਡ ਕਰ ਸਕਦੇ ਹਾਂ, ਟਰਾਂਸਪੋਰਟੇਸ਼ਨ ਸਾਡੀ ਫੈਸਿਲਿਟੀਜ਼ ਅਵੇਲੇਬਲ ਹੈ ਜਾਂ ਨਹੀਂ ਹੈ, ਕੰਪੀਟੀਸ਼ਨ ਅਸੀਂ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ। ਇਹ ਮੈਟਰ ਵੀ ਆਲਵੇਜ਼ ਕੰਪਨੀ ਨੂੰ ਕੋਈ ਇਫੈਕਟ ਕਰਨਗੇ। ਡੋਮੀਨੈਂਟ ਫੈਕਟਰ ਇਹ ਪ੍ਰੋਡਕਸ਼ਨ ਲਿਖੇ ਨੇ, ਨੀਚੇ ਸਰਵਿਸ ਲਈ ਲਿਖੇ ਨੇ। ਸਰਵਿਸਿਜ਼ ਦੇ ਲਈ ਵੀ ਸੇਮ ਹੀ ਹੋਣਗੇ। ਤੁਹਾਡੇ ਕੋਲ ਕਸਟਮਰਸ ਅਵੇਲੇਬਲ ਹੈ ਜਾਂ ਨਹੀਂ ਹੈ। ਤੁਸੀਂ ਕੋਈ ਸਰਵਿਸਿਜ਼ ਦਾ ਬਿਜ਼ਨਸ ਲਗਾ ਲਿਆ, ਕਸਟਮਰ ਉੱਥੇ ਆਣ ਹੀ ਨਾ। ਹੁਣ ਮੈਂ ਐਗਜ਼ਾਮਪਲ ਕਹਾਂ ਕਿ ਕੋਈ ਇੱਦਾਂ ਦਾ ਏਰੀਆ ਅਸੀਂ ਸਿਲੈਕਟ ਕਰ ਲਈਏ, ਕੋਈ ਬੈਕਵਰਡ ਏਰੀਆ ਦੇ ਵਿੱਚ ਤੁਸੀਂ ਉੱਥੇ ਲਗਾ ਕੇ ਬੈਠ ਜਾਓ, ਕੋਈ ਇੱਦਾਂ ਦਾ ਪੀਜ਼ਾ ਹਟ ਖੋਲ੍ਹ ਲਓ ਜਾਂ ਮੈਕਡੀ ਖੋਲ੍ਹ ਲਓ। ਹੁਣ ਉੱਥੇ ਲੋਕਾਂ ਨੂੰ ਚੀਜ਼ਾਂ ਨੂੰ ਨੌਲੇਜ ਹੀ ਨਹੀਂ ਹੈ ਵੀ ਇਹ ਕੀ ਚੀਜ਼ ਹੈ, ਤਾਂ ਉੱਥੇ ਦੇ ਬਿਜ਼ਨਸ ਨਹੀਂ ਚੱਲ ਸਕਦੇ ਹੈਗੇ। ਉੱਥੇ ਦਾ ਲੋਕ ਨੋਰਮਲ ਉਹ ਪੁਰਾਣੀ ਸੋਚ ਵਾਲੇ ਹੀ ਚੱਲਣ ਵਾਲੇ ਹੋਣਗੇ ਜੇ ਪੁਰਾਣੇ ਟਾਈਮ ਜਿਵੇਂ ਹੁੰਦੇ। ਤੁਸੀਂ ਉੱਥੇ ਲਗਾ ਲਓ ਬਰਗਰ, ਉਹਨਾਂ ਦਾ ਕਹਿਣਾ ਵੀ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਬਰਗਰ ਕੀ ਹੁੰਦਾ ਜਾਂ ਪੀਜ਼ਾ ਕੀ ਹੁੰਦਾ। ਮੂਵੀ ਦੇ ਵਿੱਚ ਆਪਾਂ ਸ਼ਾਇਦ 1-2 ਵਾਰ ਦੇਖਿਆ ਵੀ ਪੀਜ਼ਾ ਖਾਣ ਵਾਲੀ ਚੀਜ਼ ਹੈ ਤਾਂ ਪੀਜ਼ਾ ਕਰੀ ਜਾਂਦਾ ਵੀ ਉਹਨੂੰ ਪੀਣ ਮੈਂ ਤਾਂ ਪੀ ਦੱਸ ਸਕਦੇ ਨਹੀਂ ਇਹਨੂੰ, ਉਹ ਪ੍ਰੋਬਲਮ ਵੀ ਹੋ ਸਕਦੀ ਹੈ। ਤਾਂ ਜਦੋਂ ਤੁਸੀਂ ਇੱਦਾਂ ਦਾ ਕੋਈ ਫੈਕਟਰ ਲੈ ਕੇ ਚੱਲਦੇ ਹੋ
ਤਾਂ ਬਿਜ਼ਨਸ ਹਮੇਸ਼ਾ ਇਫੈਕਟ ਹੁੰਦੇ ਹੀ ਹੁੰਦੇ ਨੇ। ਕੰਟਰੋਲੇਬਲ ਵੀ ਹੋ ਸਕਦੇ ਨੇ, ਅਨਕੰਟਰੋਲੇਬਲ ਵੀ ਹੋ ਸਕਦੇ ਨੇ। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਲਿਖਿਆ ਕਿ ਇਵੈਲੂਏਸ਼ਨ ਮੈਥਡ ਫॉर ਪਲਾਂਟ ਲੋਕੇਸ਼ਨ ਐਨਾਲਿਸਿਸ। ਅਗਰ ਤੁਸੀਂ ਪਲਾਂਟ ਦੀ ਲੋਕੇਸ਼ਨ ਨੂੰ ਸੈਟਅਪ ਕਰਨ ਜਾ ਰਹੇ ਹੋ, ਕੁਝ ਮੈਥਡ ਵੀ ਇਹਨਾਂ ਨੇ ਲਿਖੇ ਹੈਗੇ ਨੇ ਕਿਸ ਬੇਸ ਤੇ ਸੈਟਅਪ ਕਰ ਸਕਦੇ ਹੋ। ਸਭ ਤੋਂ ਪਹਿਲਾ ਮੈਥਡ ਤੁਹਾਡੇ ਕੋਲ ਹੈਗਾ ਫੈਕਟਰ ਰੇਟਿੰਗ ਮੈਥਡ। ਡਿਫਰੈਂਟ ਸਭ ਤੋਂ ਪਹਿਲਾਂ ਤੁਸੀਂ ਫੈਕਟਰ ਸਿਲੈਕਟ ਕਰ ਲਓਗੇ, ਉਹਨਾਂ ਫੈਕਟਰ ਬੇਸ ਤੇ ਏਰੀਆ ਦੀ ਰੇਟਿੰਗ ਕਰੋਗੇ। ਮੈਂ ਐਗਜ਼ਾਮਪਲ ਕਹਾਂ ਕਿ ਅਸੀਂ ਸਭ ਤੋਂ ਪਹਿਲਾਂ ਲੇਬਰ ਫੋਰਸ ਦੇ ਅਕੋਰਡਿੰਗ ਰੇਟਿੰਗ ਲੈ ਲਈ, ਦੂਸਰੀ ਲੈ ਲਈ ਸਾਡੇ ਕੋਲ ਅਵੇਲੇਬਿਲਿਟੀ ਆਫ ਰॉ ਮਟੀਰੀਅਲ ਲੈ ਲਿਆ, ਥਰਡ ਲੈ ਲਿਆ ਟਰਾਂਸਪੋਰਟ ਫੈਸਿਲਿਟੀਜ਼। ਸਾਡੇ ਕੋਲ 5-6 ਏਰੀਆ ਨੇ, ਉਹਨਾਂ ਦੀ ਅਸੀਂ ਰੇਟਿੰਗ ਕਰਾਂਗੇ ਕਿੱਥੇ ਸਾਨੂੰ ਕੋਈ ਚੀਜ਼ ਜੋ ਪ੍ਰੋਪਰ ਮਿਲ ਸਕਦੀ ਹੈ। ਜਦੋਂ ਕੋਈ ਸਾਰੀਆਂ ਸਾਡੀਆਂ ਜੋ ਰੇਟਿੰਗ ਵਾਲੀ ਪ੍ਰੋਸੈਸਿਸ ਹੈਗੀਆਂ ਨੇ, ਕਿਸੇ ਇੱਕ ਏਰੀਆ ਦੇ ਵਿੱਚ ਸਾਨੂੰ ਇਹ ਲੱਗਦਾ ਕਿ ਸਾਡੀ ਐਵਰੇਜ ਤੋਂ ਅਬਵ ਸਾਨੂੰ ਬੈਨੀਫਿਟ ਮਿਲ ਰਿਹਾ, ਤਾਂ ਅਸੀਂ ਉੱਥੇ ਲੋਕੇਸ਼ਨਸ ਨੂੰ ਸਿਲੈਕਟ ਕਰਕੇ ਆਪਣਾ ਬਿਜ਼ਨਸ ਕਰ ਸਕਦੇ ਹਾਂ। ਜਿੱਥੇ ਰੇਟਿੰਗ ਹੀ ਕਲੀਅਰ ਨਹੀਂ ਆ ਰਹੀ, ਤੁਸੀਂ ਉੱਥੇ ਬਿਜ਼ਨਸ ਕਦੀ ਵੀ ਨਹੀਂ ਕਰੋਗੇ। ਇਹਨਾਂ ਰੇਟਿੰਗ ਦੇ ਲਈ ਤੁਹਾਡੇ ਕੋਲ ਕੋਈ ਐਗਜ਼ਾਮਪਲ ਪ੍ਰੈਕਟੀਕਲ ਕੁਐਸਚਨ ਨਹੀਂ ਹੈ, ਇੱਕ ਐਗਜ਼ਾਮਪਲ ਦੇ ਕੇ ਹੀ ਤੁਸੀਂ ਸੈਟਅਪ ਕਰਨਾ ਹੋਊਗਾ। ਕੁਝ ਵੀ ਫੈਕਟਰ ਏਰੀਆ में ਜਿਵੇਂ ਐਗਜ਼ਾਮਪਲ ਕਿਹਾ ਤੁਹਾਨੂੰ ਲਏ ਹੋਏ ਨੇ, ਜੋਗ੍ਰਾਫਿਕਲ ਲੌਜਿਸਟਿਕ ਲਿਆ ਹੋਇਆ, ਇਨਵਾਇਰमेंटल ਇੰਪੈਕਟ ਲਿਆ, ਗਵਰਨਮੈਂਟ ਇਨਸੈਂਟਿਵ ਲਿਆ, ਲੇਬਰ ਮਾਰਕੀਟ ਲਿਆ, ਯੂਟਿਲਿਟੀਜ਼ ਲਿਆ। ਇਹ 5 ਏਰੀਆ ਇਹਨਾਂ ਨੇ 5 ਡਿਫਰੈਂਟ ਪ੍ਰੋਸੈਸ ਲੈ ਲਈਆਂ, ਉਹਦੇ ਵਿੱਚ ਅੱਗੋਂ ਰੇਟਿੰਗ ਕਰੀ ਹੋਈ ਹੈ। ਜਿੱਥੇ ਰੇਟਿੰਗ ਸਾਡੀ ਬੈਸਟ ਹੋਊਗੀ ਅਸੀਂ ਉਸ ਏਰੀਆ ਨੂੰ ਸਿਲੈਕਟ ਕਰਕੇ ਆਪਣਾ ਬਿਜ਼ਨਸ ਸੈਟਅਪ ਕਰ ਸਕਦੇ ਹਾਂ। ਦੂਸਰਾ ਜਿਹੜਾ ਤੁਹਾਡੇ ਕੋਲ ਮੈਥਡ ਹੈਗਾ ਉਹ ਹੈਗਾ ਵੇਟਡ ਫੈਕਟਰ ਰੇਟਿੰਗ ਮੈਥਡ। ਜੋ ਤੁਸੀਂ ਰੇਟਿੰਗ ਦੋਗੇ ਕਿਸੇ ਵੀ ਏਰੀਆ ਦੇ ਅਕੋਰਡਿੰਗ, ਤੁਸੀਂ ਉਹ ਰੇਟਿੰਗ ਨੂੰ ਵੇਟ ਦੇ ਵਿੱਚ ਜਦੋਂ ਕਨਵਰਟ ਕਰ ਲਓਗੇ। ਵੇਟ ਨੂੰ ਕਨਵਰਟ ਕਰਨ ਦਾ ਅਸੀਂ ਫਾਰਮੂਲਾ ਪਹਿਲਾਂ ਹੀ ਕੀਤਾ ਹੋਇਆ, ਜੋ ਸਾਡੇ ਕੋਲ ਟੋਟਲ ਵੈਲਿਊ ਹੈਗੀ ਉਹਨੂੰ ਡਿਵਾਈਡ ਕਰਦੇ ਚਲੇ ਜਾਵਾਂਗੇ ਪਰਸੈਂਟੇਜ ਪੁਆਇੰਟ ਦੇ ਵਿੱਚ ਉਹ ਵੈਲਿਊ ਬਣ ਜਾਊਗੀ, ਤੁਸੀਂ ਵੇਟ ਕਨਵਰਟ ਕਰ ਲਾਂਗੇ। ਵੇਟ ਦੇ ਕੇ ਵੀ ਤੁਸੀਂ ਰੇਟਿੰਗ ਕਰ ਸਕਦੇ ਹੋ। ਥਰਡ ਹੈਗਾ ਤੁਹਾਡੇ ਕੋਲ ਲੋਡ ਡਿਸਟੈਂਸ ਮੈਥਡ। ਲੋਡ ਡਿਸਟੈਂਸ ਮੈਥਡ ਮਤਲਬ ਕਿ ਜਿੱਥੇ ਤੁਸੀਂ ਕੰਪਨੀ ਲਗਾਓਗੇ ਉੱਥੋਂ ਦੀ ਤੁਹਾਡੇ ਕੋਲ ਸਰਵਿਸਿਜ਼ ਪਹੁੰਚਣ ਲਈ ਡਿਸਟੈਂਸ ਕਿੰਨਾ ਹੋਏਗਾ। ਮੰਨ ਲਓ ਮੈਂ ਇੱਥੇ ਹੁਣ ਕੰਪਨੀ ਲਗਾ ਲਾਵਾਂ ਲੁਧਿਆਣਾ ਦੇ ਕਿਸੇ ਏਰੀਆ ਦੇ ਵਿੱਚ, ਬੇਟ ਏਰੀਆ ਦੇ ਵਿੱਚ ਕੰਪਨੀ ਲਗਾ ਲਈਏ। ਐਗਜ਼ਾਮਪਲ ਗਈ ਜਿੱਥੇ ਆ ਜੰਗਲ ਸਟਾਰਟ ਹੁੰਦੇ ਨੇ ਮਾਛੀਵਾੜਾ ਸਾਈਡ ਵਾਲੇ ਪਾਸੇ, ਉੱਥੇ ਜਾ ਕੇ ਕੋਈ ਅਸੀਂ ਕੰਪਨੀ ਲਗਾਣੀ ਹੈ, ਉੱਥੋਂ ਦੀ ਲੇਬਰ ਨੂੰ ਪਹੁੰਚਣ ਲਈ ਕਿੰਨਾ ਟਾਈਮ ਲੱਗਣਾ ਹੈਗਾ, ਰॉ ਮਟੀਰੀਅਲ ਕਿੰਨੇ ਟਾਈਮ 'ਚ ਪਹੁੰਚੂਗਾ। ਤਾਂ ਉਹ ਫੈਸਿਲਿਟੀਜ਼ ਸਾਨੂੰ ਮੈਟਰ ਕਰਦੀਆਂ ਹੈਗੀਆਂ ਨੇ, ਜਿੱਥੇ ਸਾਡੀ ਕੋਸਟ ਇਨਕਰੀਜ਼ ਹੋਊਗੀ। ਅਗਰ ਤੁਹਾਡੀ ਕੋਸਟ ਵੱਧ ਰਹੀ ਹੈ ਤਾਂ ਤੁਸੀਂ ਮੈਨੂਫੈਕਚਰਿੰਗ ਪਲਾਂਟ ਉੱਥੇ ਨਹੀਂ ਲਗਾਓਗੇ। ਅਗਰ ਤੁਹਾਡੀ ਕੋਸਟ ਤੁਹਾਨੂੰ ਲੱਗਦਾ ਵੀ ਘੱਟ ਲੱਗਦੀ ਹੈ ਤਾਂ ਤੁਸੀਂ ਮੈਨੂਫੈਕਚਰਿੰਗ ਪਲਾਂਟ ਲਗਾ ਸਕਦੇ ਹੋ, ਜਿੱਥੇ ਤੁਹਾਨੂੰ ਬੈਨੀਫਿਟ ਹੋ ਸਕਦਾ ਹੈਗਾ। ਲਾਸਟ ਇੱਕ ਮੈਥਡ ਦੇ ਜਿਹਨਾਂ ਲਿਖਿਆ ਹੈਗਾ ਕਿ ਸੈਂਟਰ ਆਫ ਗ੍ਰੈਵਿਟੀ ਮੈਥਡ। ਸੈਂਟਰ ਆਫ ਗ੍ਰੈਵਿਟੀ ਦਾ ਮੈਥਡ ਮਤਲਬ ਹੁੰਦਾ ਅਸੀਂ ਕੁਝ ਐਸੇ ਏਰੀਆ ਦੇ ਵਿੱਚ ਬਿਜ਼ਨਸ ਲਗਾਈਏ ਜਿੱਥੇ ਸਾਡੀ ਲੋਕੇਸ਼ਨ ਨੂੰ ਸਾਰੇ ਪਾਸੋਂ ਹੀ ਸਰਵਿਸਿਜ਼ ਮਿਲ ਸਕਣ। ਮੈਂ ਐਗਜ਼ਾਮਪਲ ਕਹਾਂ ਕਿ ਆ ਸਾਰੀ ਮਾਰਕੀਟ ਹੈ, ਤੁਹਾਡਾ ਕੋਈ ਬਿਜ਼ਨਸ ਅਸੀਂ ਇੱਥੇ ਲਗਾਈਏ, ਅਸੀਂ ਤਾਂ ਇਹ ਨਹੀਂ ਕਹਿ ਸਕਦੇ ਕਿ ਇਹ ਸਾਰੇ ਏਰੀਆ ਦੇ ਲੋਕ ਰਹਿੰਦੇ ਨੇ। ਕੋਈ ਇੱਦਾਂ ਦੀ ਏਰੀਆ ਦੇ ਵਿੱਚ ਅਸੀਂ ਬਿਜ਼ਨਸ ਲਗਾਈਏ ਜਿੱਥੇ ਸਾਨੂੰ ਆਲ ਅਰਾਊਂਡ ਸਰਵਿਸਿਜ਼ ਈਜ਼ੀਲੀ ਬੇਸ ਨਾਲ ਮਿਲ ਸਕਣ, ਉਹਨੂੰ ਅਸੀਂ ਕਹਿੰਦੇ ਹਾਂ ਸੈਂਟਰ ਆਫ ਗ੍ਰੈਵਿਟੀ ਮੈਥਡ। ਮੀਨਸ ਅਗਰ ਮੈਂ ਕੰਪਨੀ ਇੱਥੇ ਲਗਾ ਲਾਂ ਤਾਂ ਟਰਾਂਸਪੋਰਟੇਸ਼ਨ ਫੈਸਿਲਿਟੀਜ਼ ਇੱਧਰੋਂ ਆ ਰਹੀਆਂ ਨੇ, ਲੇਬਰ ਇੱਧਰੋਂ ਆ ਰਹੀ ਹੈਗੀ, ਰॉ ਮਟੀਰੀਅਲ ਇੱਧਰੋਂ ਆ ਰਿਹਾ ਹੈਗਾ, ਤਾਂ ਉਹਦਾ ਬੈਨੀਫਿਟ ਤੁਹਾਨੂੰ ਜ਼ਿਆਦਾ ਹੋ ਸਕਦਾ ਹੈਗਾ। ਮੈਟਰ ਕਰਦਾ ਹੈ ਕਿ ਤੁਹਾਡੀ ਲੋਕੇਸ਼ਨ ਜੋ ਹੈ ਉਸ ਏਰੀਆ ਦੇ ਵਿੱਚ ਹੋਣੀ ਜਿੱਥੇ ਤੁਹਾਨੂੰ ਈਜ਼ੀਲੀ ਬਿਜ਼ਨਸ ਸਰਵਿਸਿਜ਼ ਸਾਰੀਆਂ ਮਿਲ ਸਕਣ। ਲਾਸਟ ਇੱਕ ਮੈਥਡ ਹੋਰ ਵੀ ਇਹਨਾਂ ਨੇ ਲਿਖਿਆ ਹੈਗਾ ਕਿ ਲੋਕੇਸ਼ਨ ਕੋਸਟ ਵੋਲਿਊਮ ਪ੍ਰੋਫਿਟ ਐਨਾਲਿਸਿਸ, ਜਿਹਨੂੰ ਅਸੀਂ CVP ਐਨਾਲਿਸਿਸ ਵੀ ਕਹਿ ਸਕਦੇ ਹੈਗੇ ਆ। CVP ਐਨਾਲਿਸਿਸ ਦੇ ਵਿੱਚ ਕਿੰਨਾ ਕੰਪਨੀ ਇਹ ਦੇਖਣਗੀਆਂ ਕਿ ਉਹਨਾਂ ਨੂੰ ਪ੍ਰੋਫਿਟ ਕਿੰਨਾ ਹੋ ਸਕਦਾ ਹੈ, ਉਹਨਾਂ ਦਾ ਕੰਟਰੀਬਿਊਸ਼ਨ ਲੈਵਲ ਕਿੰਨਾ ਕੁ ਹੋਏਗਾ, ਪਲੱਸ ਉਹਨਾਂ ਦਾ ਬ੍ਰੇਕ ਇਵਨ ਪੁਆਇੰਟ ਕਿੰਨਾ ਦਾ ਹੋਏਗਾ, ਜਾਂ ਫਿਰ ਉਹਨਾਂ ਦੀ PV ਰੇਸ਼ੋ ਕਿੰਨੀ ਕੁ ਹੋਏਗੀ, ਪ੍ਰੋਫਿਟ ਵੋਲਿਊਮ ਰੇਸ਼ੋ ਵੀ ਹਰ ਸਾਲ ਉਹ ਕਿੰਨਾ ਪ੍ਰੋਫਿਟ ਕਮਾਉਣਗੇ। ਇਸ ਬੇਸ ਤੇ ਵੀ ਕਹਿੰਦਾ ਕੰਪਨੀਜ਼ ਆਪਣੇ ਪਲਾਂਟ ਦੀ ਲੋਕੇਸ਼ਨ ਨੂੰ ਸੈਟਅਪ ਕਰ ਸਕਦੀਆਂ ਨੇ। ਹੁਣ ਮੈਂ ਕਿਸੇ ਏਰੀਆ ਦੇ ਵਿੱਚ ਆਪਣਾ ਬਿਜ਼ਨਸ ਸੈਟਅਪ ਕਰ ਲਾਂ, ਉੱਥੇ ਮੈਨੂੰ ਆਪਣੀ PV ਰੇਸ਼ੋ ਨਹੀਂ ਪਤਾ ਹੋਵੇ ਕਿ ਸਾਡੇ ਬਿਜ਼ਨਸ ਦੇ ਵਿੱਚ ਚਾਹੇ ਕੋਈ ਚੀਜ਼ ਘਟ ਰਹੀ ਹੈ, ਚਾਹੇ ਚੀਜ਼ ਕੋਈ ਵਧ ਰਹੀ ਹੈ, ਸਾਨੂੰ ਕਿੰਨਾ ਕੁ ਬੈਨੀਫਿਟ ਹੋ ਰਿਹਾ, ਅਸੀਂ ਉੱਥੇ ਬਿਜ਼ਨਸ ਲਗਾ ਨਹੀਂ ਸਕਦੇ। ਪ੍ਰੋਫਿਟ ਲੈਵਲ ਕਦੀ ਆਲਵੇਸ ਮੇਨਟੇਨ ਰਹਿਣਾ ਚਾਹੀਦਾ ਹੈਗਾ। ਬ੍ਰੇਕ ਇਵਨ ਪੁਆਇੰਟ ਕੰਪਨੀ ਨੂੰ ਪਹਿਲਾਂ ਤੋਂ ਹੀ ਪਤਾ ਹੋਣਾ ਚਾਹੀਦਾ ਕਿ ਇਸ ਪੁਆਇੰਟ 'ਤੇ ਸਾਡਾ ਨੋ ਪ੍ਰੋਫਿਟ ਨੋ ਲੋਸ ਹੈ, ਇਸ ਤੋਂ ਉੱਪਰ ਹੀ ਅਸੀਂ ਜਾਣਾ ਹੈ। ਅਗਰ ਕੰਪਨੀ ਨੂੰ ਇਹ ਚੀਜ਼ਾਂ ਨਹੀਂ ਪਤਾ ਹੋਣਗੀਆਂ ਤਾਂ ਕੋਈ ਵੀ ਕੰਪਨੀ ਬਿਜ਼ਨਸ ਨਹੀਂ ਕਰ ਸਕਦੀ। ਜਿਹੜਾ CVP ਐਨਾਲਿਸਿਸ ਇਹਨਾਂ ਨੇ ਲਾਸਟ ਤੁਹਾਡੇ ਕੋਲ ਲਿਖਿਆ ਹੈਗਾ, ਇਸ ਬੇਸ ਤੇ ਕੁਝ ਇੱਕ ਪ੍ਰੈਕਟੀਕਲ ਕੁਐਸਚਨ ਮੇ ਵੀ ਸ਼ਾਇਦ ਕੋਈ ਆ ਜਾਵੇ ਤਾਂ ਸ਼ਾਇਦ 2 ਨੰਬਰ ਦੇ ਵਿੱਚ ਆ ਸਕਦਾ ਹੈ। क्वेश्चन 70 नंबर पेज पे दिल्ली के मुंबई 2 प्लांट लिखे हैं, दोनों प्लांट की फिक्स कॉस्ट भी दसी है, वेरिएबल कॉस्ट भी दसी है और प्राइस या फिर टन भी लिखे हैं। ਅਸੀਂ कह सकते हैं भी इन्ना इन्ना मटीरियल उत्थे रेडी भी हो रहा है, ਜਿਹੜਾ ਸੇਲ ਦੇ ਲਈ ਰੈਡੀ ਹੋ ਰਿਹਾ ਹੈ। ਤੁਹਾਨੂੰ ਕਹਿੰਦਾ ਅਗਰ ਇੱਥੇ ਇਸ ਮੈਥਡ ਦੇ ਵਿੱਚ ਕਹਿੰਦਾ ਕੁਝ ਬ੍ਰੇਕ ਇਵਨ ਪੁਆਇੰਟ ਫਾਈਂਡ ਕਰਨਾ ਹੋਵੇ ਤਾਂ ਤੁਸੀਂ ਕਿਸ ਤਰ੍ਹਾਂ ਫਾਈਂਡ ਕਰੋਗੇ। ਸਭ ਤੋਂ ਪਹਿਲਾਂ ਤਾਂ ਸਾਨੂੰ ਕਹਿੰਦਾ ਬ੍ਰੇਕ ਇਵਨ ਪੁਆਇੰਟ ਦਾ ਫਾਰਮੂਲਾ ਪਤਾ ਹੋਣਾ ਚਾਹੀਦਾ। ਬ੍ਰੇਕ ਇਵਨ ਪੁਆਇੰਟ ਨਿਕਲਦੀ ਕਿਸ ਤਰ੍ਹਾਂ ਹੈਗੀ। ਬ੍ਰੇਕ ਇਵਨ ਪੁਆਇੰਟ ਹਮੇਸ਼ਾ ਫਿਕਸ ਕੋਸਟ ਨੂੰ ਕੰਟਰੀਬਿਊਸ਼ਨ ਨਾਲ ਡਿਵਾਈਡ ਕਰੀਏ ਤਾਂ ਨਿਕਲ ਕੇ ਆ ਜਾਂਦੀ ਹੈ ਕਿ ਸਾਡਾ ਬ੍ਰੇਕ ਇਵਨ ਪੁਆਇੰਟ ਕੀ ਹੋਊਗਾ। ਵੀ ਸਾਨੂੰ ਜਿੱਥੇ ਲੱਗਦਾ ਹੈ ਕਿ ਸਾਡਾ ਨੋ ਪ੍ਰੋਫਿਟ ਨੋ ਲੋਸ, ਘੱਟੋ ਘੱਟ ਅਸੀਂ ਇੰਨੇ ਪੀਸ ਬਣਾਈਏ ਤਾਂ ਸਾਨੂੰ ਕੋਈ ਨਾ ਲੋਸ ਹੋਣਾ ਨਾ ਪ੍ਰੋਫਿਟ ਹੋਣਾ ਹੈਗਾ। ਉਸ ਤੋਂ ਉੱਪਰ ਸਾਡੀ ਪ੍ਰੋਡਕਸ਼ਨ ਹੋਊਗੀ ਤਾਂ ਸਾਨੂੰ ਬੈਨੀਫਿਟ ਹੋ ਸਕਦਾ ਹੈਗਾ। ਸਾਡੇ ਕੋਲ ਫਿਕਸ ਕੋਸਟ ਦਿੱਤੀ ਹੋਈ ਹੈ, ਅਗਰ ਤੁਸੀਂ ਕੰਟਰੀਬਿਊਸ਼ਨ ਕੱਢਣਾ ਹੋਵੇ, ਕੰਟਰੀਬਿਊਸ਼ਨ ਹੁੰਦਾ ਸੇਲ ਮਾਈਨਸ ਵੇਰੀਏਬਲ ਕੋਸਟ।
ਫਾਰਮੂਲਾ ਇਸ ਤਰ੍ਹਾਂ ਹੀ ਚੱਲੇਗਾ। ਸਭ ਤੋਂ ਪਹਿਲਾਂ ਸਾਨੂੰ ਉਹਨਾਂ ਬ੍ਰੇਕ ਇਨ ਪੁਆਇੰਟ ਕੱਢਣ ਨੂੰ ਗਿਆ, ਇਹਦਾ ਫਾਰਮੂਲਾ ਹੈਗਾ ਫਿਕਸ ਕੋਸਟ ਡਿਵਾਈਡ ਬਾਈ ਫਿਕਸ ਕੋਸਟ। ਸਾਡੇ ਫਾਰਮੂਲੇ ਦੇ ਵਿੱਚ ਦਿੱਤੀ ਹੋਈ ਸਾਨੂੰ ਕੁਐਸਚਨ ਦਿੱਤੀ ਹੋਈ ਹੈ, ਕੰਟਰੀਬਿਊਸ਼ਨ ਫਾਈਂਡ ਕਰਨਾ ਹੈ। ਕੰਟਰੀਬਿਊਸ਼ਨ ਦਾ ਫਾਰਮੂਲਾ ਹੈਗਾ ਸੇਲ ਮਾਈਨਸ ਵੇਰੀਏਬਲ ਕੋਸਟ। ਸਾਡੇ ਕੋਲ ਜਿਹੜੀ ਟੋਟਲ ਉਹਨਾਂ ਨੇ ਪ੍ਰਾਈਸ ਜਾਂ ਫਿਰ ਟਨਸ ਲਿਖਿਆ ਨੇ ਉਹ ਸੇਲ ਦੀ ਵੈਲਿਊ ਅਸੀਂ ਲੈ ਸਕਦੇ ਹਾਂ। 85,000 ਮਾਈਨਸ ਵੇਰੀਏਬਲ ਕੋਸਟ ਸਾਡੇ ਕੋਲ ਜਿਹੜੀ ਹੈਗੀ ਹੈ 35,000, ਮਤਲਬ ਕਿ ਸਾਡੇ ਕੋਲ ਕੰਟਰੀਬਿਊਸ਼ਨ ਜੋ ਹੈ 50,000 ਰੁਪਏ ਦਾ ਆ ਗਿਆ। ਫਿਕਸ ਕੋਸਟ ਸਾਨੂੰ ਦਿੱਤੀ ਹੋਈ ਉਹਨਾਂ ਨੇ, डिवाइड करोगे तो थोड़े को ब्रेक इन पॉइंट अपने आप ही निकल के आ जाना है। 3 2 5 2 7 बस डिवाइड करके साढ़े को जो आंसर होगा कह सकते हैं साढ़ा ब्रेक इन पॉइंट है दिल्ली ले, या फिर साढ़े को दूसरा जो लिखा है और दूसरा फाइंड करूँगा वही दे आ जाएगा। तो ईजिली बिजनेस इन फाइंड कर सकते हैं, लेकिन हो नहीं सकता कि मेरे थोड़ा प्रैक्टिकल क्वेश्चन दिते है नहीं, मे भी शायद तुम आवे चाहे ना आवे। ਇਹਦੇ ਲਈ ਤਾਂ ਬਹੁਤ ਡਿਫਰੈਂਟ ਫਾਰਮੂਲੇ ਨੇ। CVP ਦੇ ਵਿੱਚ PV ਰੇਸ਼ੋ ਵੀ ਹੈ, ब्रेक इन पॉइंट भी है, कंट्रीब्यूशन भी है, मार्जिन ऑफ सेफ्टी भी है। इस तो इलावा एक अद्धा फॉर्मूला कोई और भी हो, सारे 2-2 नंबर के ही फॉर्मूले होते हैं, लेकिन ज़्यादातर कोस्ट अकाउंटिंग चाहते हैं, ऑपरेशन नहीं आते। नेक्स्ट टॉपिक है क्वालिटी मैनेजमेंट। ਅੱਜ ਦੇ ਟਾਈਮ 'ਚ ਅਸੀਂ ਦੇਖਦੇ ਹਾਂ ਬਹੁਤ ਸਾਰੀ ਕੰਪਨੀਆਂ ਜੋ ਪ੍ਰੋਫਿਟ ਲਈ ਹੀ ਕੰਮ ਕਰਦੀਆਂ ਹੈਗੀਆਂ ਨੇ। ਬਹੁਤ ਸਾਰੀਆਂ ਕੰਪਨੀਆਂ ਕਹਿੰਦੇ ਪ੍ਰੋਫਿਟ ਨੂੰ ਅਗਰ ਕਮਾਉਣ ਜਾਣਗੀਆਂ ਤਾਂ ਪ੍ਰੋਫਿਟ ਨੂੰ ਕਮਾਉਣ ਲਈ ਬਹੁਤ ਸਾਰੇ ਵੇਜ਼ ਹੋ ਸਕਦੇ ਨੇ। ਤੁਸੀਂ ਕਹਿੰਦਾ ਆਪਣੀ ਕੀਮਤਾਂ ਵਧਾ ਲਓ ਤਾਂ ਪ੍ਰੋਫਿਟ ਕਮਾ ਸਕਦੇ ਹੋ, लेकिन ज़्यादातर जो आज के टाइम कम चल रहा है भी जिਵੇਂ कंपटीशन का टाइम हो गया तो कंपटीशन लोग देखते हैं कि भी असी उस कंपनी का प्रोडक्ट लेना ज़्यादा पसंद करेंगे जो प्रोडक्ट में क्वालिटी बेस्ड ज़्यादा आएंगे। मीनस जो प्रोडक्ट जो है स्टैंडर्ड बेस्ड है, कुछ स्पेसिफिकेशन लग पे लेके आएंगे, उस प्रोडक्ट को खरीदने का ज़्यादा बेनीफिट लोग समझते हैं। क्योंकि अगर किसी प्रोडक्ट में असीं खरीदने हैं तो क्वालिटी मिल रही है तो असीं उन्हें यूज़ कर रहे हैं। बहुत सारे प्रोडक्ट मार्केट में मिलते हैं, हरेक परसन की अपनी अपनी चॉइस ने, हरेक परसन के अपने अपने डिजायर्स ने, उस बेस से कोई बंदा प्रोडक्ट खरीदता है। लेकिन कंपनीज अज टाइम जो सोचती हैं कि अगर मार्केट में प्रॉफिट कमाना है तो थोड़े प्रोडक्ट के कोई ना कोई स्टैंडर्ड या फिर ना कोई क्वालिटीज एज पर स्पेसिफिकेशन होनी चाहिए, जिसका बेनीफिट थोड़ा फ्यूचर के ज़्यादा हो सकता है। क्योंकि मे भी तुम अज प्रॉफिट कमा लोगे लेकिन आने वाले टाइम लगातार वही प्रॉफिट मेनटेन रहूगा, ये हो नहीं सकता। वो लिए जरूरी है क्वालिटी मैनेजमेंट। क्वालिटी मैनेजमेंट सब तो पहले लिखा कि डायमेंशन ऑफ क्वालिटी। ਜਦੋਂ ਤੁਸੀਂ ਕੁਆਲਿਟੀ ਕਿਸੇ ਪ੍ਰੋਡਕਟ ਨੂੰ ਦੇਣ ਜਾਓਗੇ ਤਾਂ ਉਹਦੇ ਵਿੱਚ ਕੀ ਚੀਜ਼ਾਂ ਹੋ ਸਕਦੀਆਂ ਤੁਹਾਡੇ ਪ੍ਰੋਡਕਟ ਦੇ ਵਿੱਚ। ਸਭ ਤੋਂ ਪਹਿਲਾਂ ਲਿਖਿਆ ਕਨਵੀਨੀਅੰਸ। ਕਨਵੀਨੀਅੰਸ ਦਾ ਮਤਲਬ ਕਿ ਦੀ ਸਰਵਿਸ ਅਵੇਲੇਬਿਲਿਟੀ ਐਂਡ ਐਕਸੈਸਿਬਿਲਿਟੀ। ਜਦੋਂ ਵੀ ਕੋਈ ਪਰਸਨ ਤੁਹਾਡਾ ਪ੍ਰੋਡਕਟ ਲੈਣ ਜਾ ਰਿਹਾ ਹੈ ਉਹਨੂੰ ਆਲਵੇਸ ਉਸ ਚੀਜ਼ ਦੀ ਸਰਵਿਸਿਜ਼ ਟਾਈਮ ਨਾਲ ਮਿਲ ਸਕੇ, ਉਹ ਤੁਹਾਡੀ ਸਭ ਤੋਂ ਪਹਿਲਾਂ ਇੱਕ ਸਟੈਂਡਰਡ ਕੁਆਲਿਟੀ ਦੇ ਵਿੱਚ ਆਉਂਦਾ ਹੈਗਾ। ਕਿ ਵੈਸੇ ਤਾਂ ਤੁਸੀਂ ਪ੍ਰੋਡਕਟ ਸਹੀ ਬਣਾ ਕੇ ਵੇਚਦੇ ਹੋ, ਬਾਈ ਦਾ ਵੇ ਕੋਈ ਕਿਸੇ ਬੰਦੇ ਨੂੰ ਪ੍ਰੋਬਲਮ ਆ ਰਹੀਆਂ ਨੇ, ਬੰਦੇ ਨੂੰ ਵੇਟ ਨਾ ਕਰਨਾ ਪਵੇ ਸਰਵਿਸਿਜ਼ ਲਈ। ਤੁਸੀਂ ਅੱਜ ਬੰਦਾ ਤੁਹਾਨੂੰ ਕਾਲ ਕਰ ਰਿਹਾ, ਤੁਸੀਂ ਸਰਵਿਸ ਦੇਣੀ, ਉਹਨੂੰ 15 ਦਿਨ ਬਾਅਦ ਜਾ ਰਹੇ ਹੋ ਤਾਂ ਉਹ ਬੈਨੀਫਿਟ ਨਹੀਂ ਹੋ ਸਕਦਾ, ਤੁਹਾਡਾ ਸਟੈਂਡਰਡ ਉੱਥੇ ਬਿਲਕੁਲ ਡਾਊਨ ਹੋ ਜਾਂਦਾ ਹੈਗਾ। ਅਗਰ ਕਿਸੇ ਬੰਦੇ ਨੂੰ ਪ੍ਰੋਬਲਮ ਹੈ ਵਿਦਿਨ 1 ਡੇਜ਼ ਨਹੀਂ ਤਾਂ ਨੈਕਸਟ ਡੇ ਤੁਸੀਂ ਉਹਨੂੰ ਸਰਵਿਸ ਪ੍ਰੋਵਾਈਡ ਕਰ ਦੋਗੇ ਤਾਂ ਤੁਹਾਡੀ ਕੁਆਲਿਟੀ ਇੱਕ ਸਟੈਂਡਰਡ ਬੈਨੀਫਿਟ ਬਣਦੀ ਹੈ। ਦੂਸਰਾ ਹੈਗਾ ਰਿਲਾਇਬਿਲਿਟੀ। ਰਿਲਾਇਬਿਲਿਟੀ ਦਾ ਮਤਲਬ ਕਿ ਤੁਹਾਡੀ ਕੁਆਲਿਟੀ ਦੇ ਵਿੱਚ ਯਕੀਨ ਕਰਨਾ ਕਿ ਕੋਈ ਪਰਸਨ ਜਾਂ ਕੋਈ ਵੀ ਜਿਹੜੇ ਕਸਟਮਰਸ ਨੇ ਤੁਹਾਡੇ ਪ੍ਰੋਡਕਟ ਨਾਲ ਕਿੰਨੇ ਸੈਟੀਸਫਾਈਡ ਨੇ, ਲਗਾਤਾਰ ਤੁਹਾਡੇ ਨਾਲ ਐਕੂਰੇਟਲੀ ਉਹ ਜੁੜੇ ਹੋਏ ਨੇ, ਤਾਂ ਇਹ ਵੀ ਤੁਹਾਡੀ ਕੁਆਲਿਟੀ ਸਟੈਂਡਰਡ ਦੇ ਵਿੱਚ ਹੀ ਆਉਂਦੀ ਹੈਗੀ ਹੈ। ਥਰਡ ਲਿਖਿਆ ਹੈਗਾ ਕਿ टाइम ਨਾਲ ਹੁੰਦਾ ਵੀ ਕਿੰਨੇ ਟਾਈਮ ਦੀ ਤੁਸੀਂ ਸਰਵਿਸਿਜ਼ ਕਿਸੇ ਕਸਟਮਰ ਨੂੰ ਪ੍ਰੋਵਾਈਡ ਕਰ ਸਕਦੇ। ਅੱਜ ਕਸਟਮਰ ਦੀ ਡਿਮਾਂਡ ਹੈਗੀ ਕਿ ਸਾਨੂੰ ਇਸ ਤਰ੍ਹਾਂ ਦੇ ਪ੍ਰੋਡਕਟ ਚਾਹੀਦੇ ਨੇ, ਕੰਪਨੀ ਪਹਿਲਾਂ ਤੋਂ ਹੀ ਉੱਦਾਂ ਦੇ ਪ੍ਰੋਡਕਟ ਰੈਡੀ ਕਰਨ ਨੂੰ ਤਿਆਰ ਬੈਠੀ ਹੈ ਤਾਂ ਕੰਪਨੀ ਮਾਰਕੀਟ 'ਚ ਪਹੁੰਚਾ ਵੀ ਸਕਦੀ ਹੈ। ਇਹ ਵੀ ਤੁਹਾਡੀ ਕੰਪਨੀ ਦੀ ਕੁਆਲਿਟੀ ਦੇ ਮੈਟਰ ਕਰਦਾ ਹੈ ਕਿਉਂਕਿ ਤੁਸੀਂ ਉੱਥੇ ਸਟੈਂਡਰਡ ਆਪਣਾ ਮੇਨਟੇਨ ਕਰਕੇ ਚੱਲ ਰਹੇ ਹੈਗੇ। ਫਿਰ ਆਉਂਦਾ ਹੈਗਾ ਅਸ਼ੋਰੈਂਸ। ਅਸ਼ੋਰੈਂਸ ਦਾ ਮਤਲਬ ਕਿ ਹਰੇਕ ਬੰਦੇ ਨੂੰ ਕੌਨਫੀਡੈਂਸ ਲੈਵਲ ਹੋਵੇ, ਮੀਨਸ ਉਹਨੂੰ ਨੌਲੇਜ ਹੋਵੇ ਤੁਹਾਡੇ ਪ੍ਰੋਡਕਟ ਦੀ। ਐਸ਼ੋਰੈਂਸ ਹੋਵੇ ਕਿ ਇਹ ਮਾਰਕੀਟ 'ਚ ਇਹ ਪ੍ਰੋਡਕਟ ਇਸੇ ਬੇਸ 'ਤੇ ਮਿਲਦਾ। ਅਸੀਂ ਕਹੀਏ ਵੀ ਕਿਸੇ ਵੀ ਪ੍ਰੋਡਕਟ ਦੀ ਐਗਜ਼ਾਮਪਲ ਲੈ ਲਓ, ਕੋਈ ਪਰਸਨ ਪੁੱਛੋ ਵੀ ਤੁਸੀਂ ਕਿਹੜੀ ਚੀਜ਼ ਯੂਜ਼ ਕਰ ਰਹੇ ਹੋ ਤਾਂ ਹਰੇਕ ਬੰਦਾ ਕਹਿੰਦਾ ਵੀ ਸਾਨੂੰ ਕਿਸੇ ਚੀਜ਼ ਦੇ ਉੱਪਰ ਜ਼ਿਆਦਾ ਨੌਲੇਜ ਹੈ ਵੀ ਉਹ ਪ੍ਰੋਡਕਟ ਸਾਡੇ ਲਈ ਹਾਨੀਕਾਰਕ ਨਹੀਂ ਹੈ। ਇਹ ਵੀ ਥੋੜਾ ਕੁਆਲਿਟੀ ਮੈਟਰ ਦੇ ਵਿੱਚ ਆਉਂਦਾ। ਬਹੁਤ ਸਾਰੇ ਪ੍ਰੋਡਕਟ ਮਿਲਣਗੇ ਲੇਕਿਨ ਲੋਕ ਨਹੀਂ ਖਰੀਦਦੇ ਹੈਗੇ। ਕੁਝ ਲੋਕਾਂ ਦਾ ਫਿਕਸ ਹੁੰਦਾ ਨੇ ਵੀ ਅਸੀਂ ਸਿਰਫ ਇਸ ਕੰਪਨੀ ਦਾ ਹੀ ਪ੍ਰੋਡਕਟ ਖਰੀਦਣਾ ਹੈਗਾ, ਉੱਥੇ ਤੁਹਾਡੀ ਨੌਲੇਜ ਮੈਟਰ ਕਰਦੀ। ਤਾਂ ਨੌਲੇਜ ਅਗਰ ਕਿਸੇ ਕਸਟਮਰ ਨੂੰ ਹੈ ਤਾਂ ਮਤਲਬ ਕਿ ਤੁਹਾਡਾ ਕੁਆਲਿਟੀ ਸਟੈਂਡਰਡ ਮਾਰਕੀਟ 'ਚ ਬਣਿਆ ਹੋਇਆ। ਉਸ ਤੋਂ ਬਾਅਦ ਹੈਗਾ ਕਸਟਮਰ ਆਰ ਟ੍ਰੀਟਡ ਵਿਦ ਕੋਰਟੇਸੀ ਬਾਈ ਪਰਸਨਲ ਬਾਈ ਹੋਮ ਕਮਿਟ ਕੰਟਰੈਕਟ ਵਿਦ ਦੈਮ। ਬਹੁਤ ਸਾਰੇ ਲੋਕ ਕਹਿੰਦਾ ਕਮਿਊਨਿਟੀ ਜਿੱਦਾਂ ਹੁੰਦੇ ਨੇ ਵੀ ਇੱਕ ਦੂਜੇ ਨੂੰ ਮਿਲ ਕੇ ਹੀ ਅੱਗੇ ਵਧਣ ਵਾਲੇ ਹੁੰਦੇ ਨੇ ਵੀ ਜਿਵੇਂ ਕਿਸੇ ਨੇ ਕੁਝ ਕਹਿਤਾ ਤਾਂ ਉਵੇਂ ਹੀ ਚੱਲਣਾ ਨੇ। ਲੇਕਿਨ ਉਹਨਾਂ ਦੇ ਵਿੱਚੋਂ ਕਿਹੜੇ ਕਸਟਮਰ ਨੇ ਜਿਹੜੇ ਖੁਦ ਤੁਹਾਡੇ ਲਈ ਵਰਕ ਕਰਕੇ ਆਉਂਦੇ ਹੈਗੇ, ਮੀਨਸ ਕਸਟਮਰ ਤੁਹਾਨੂੰ ਖੁਦ ਆ ਕੇ ਕੁਐਸਚਨਿੰਗ ਕਰ ਸਕਣ ਵੀ ਆ ਪ੍ਰੋਡਕਟ ਦੇ ਤੁਸੀਂ ਕੀ ਸਾਨੂੰ ਪ੍ਰੋਬਲਮਸ ਜਾਂ ਉਹਨਾਂ ਨੂੰ ਜੋ ਪ੍ਰੋਬਲਮਸ ਆ ਰਹੀਆਂ ਤੁਸੀਂ ਉਹਦਾ ਸੋਲੂਸ਼ਨਸ ਤੁਹਾਨੂੰ ਕੀ ਮਿਲ ਸਕਦੇ ਹੈਗੇ ਨੇ, ਜਾਂ ਕਸਟਮਰ ਕੀ ਤੁਹਾਡੇ ਲਈ ਨਵੇਂ ਆਈਡੀਆਜ਼ ਲੈ ਕੇ ਆ ਸਕਦੇ ਨੇ। ਇਹ ਵੀ ਤੁਹਾਡੀ ਮਾਰਕੀਟ 'ਚ ਕਹਿੰਦਾ ਕੁਆਲਿਟੀ ਸਟੈਂਡਰਡ ਨੂੰ ਡੀਲ ਕਰਦਾ ਹੈਗਾ।
ਉਸ ਤੋਂ ਬਾਅਦ ਫਿਜ਼ੀਕਲ ਲੁੱਕ ਆਫ ਫੈਸਿਲਿਟੀਜ਼, ਜਿਹੜਾ ਤੁਸੀਂ ਪ੍ਰੋਡਕਟ ਮਾਰਕੀਟ 'ਚ ਲੈ ਕੇ ਆਓਗੇ ਉਹਦਾ ਫਿਜ਼ੀਕਲ ਲੁੱਕਸ ਕਿੱਦਾਂ ਦਾ ਹੈਗਾ। ਹੁਣ ਉਹ ਤੁਹਾਡੇ ਪ੍ਰੋਡਕਟ ਦੀ ਪ੍ਰੋਪਰ ਪੈਕਿੰਗ ਹੈ ਨਹੀਂ, ਪ੍ਰੋਡਕਟ ਉੱਦਾਂ ਹੀ ਬੇਕਾਰ ਕੋਈ ਵੀ ਪਰਸਨ ਜਦੋਂ ਵੀ ਖਰੀਦ ਲਵੇ ਤਾਂ ਉਹ ਮੈਟਰ ਨਹੀਂ ਕਰਦਾ ਹੈਗਾ। ਜਿਹੜੇ ਪ੍ਰੋਡਕਟ ਦਾ ਇੱਕ ਫਿਜ਼ੀਕਲ ਲੁੱਕ ਪਲੱਸ ਕਿੱਥੇ ਸਪੈਸ਼ਲ ਏਰੀਆ ਦੇ ਵਿੱਚ ਉਹ ਪ੍ਰੋਡਕਟ ਸੇਲ ਹੋ ਰਿਹਾ ਹੋਊਗਾ ਤਾਂ ਤੁਹਾਡਾ ਕੁਆਲਿਟੀ ਸਟੈਂਡਰਡ ਆਟੋਮੋਟ ਤੇ ਜਨਰੇਟ ਹੋਊਗਾ। ਫਿਰ ਹੈਗਾ ਕੰਸਿਸਟੈਂਸੀ ਮਤਲਬ ਹਾਈ ਡਿਗਰੀ ਆਫ ਕੁਆਲਿਟੀ, ਲਗਾਤਾਰ ਤੁਸੀਂ ਆਪਣੇ ਪ੍ਰੋਡਕਟ ਨੂੰ ਇੰਪਰੂਵ ਕਰਦੇ ਚਲੇ ਜਾਓਗੇ ਲੇਕਿਨ ਘਟਾਉਂਦੇ ਕਦੇ ਨਹੀਂ ਚਲੇ ਜਾਓਗੇ, ਤੇ ਇਹ ਵੀ ਕੰਸਿਸਟੈਂਸੀ ਵੀ ਤੁਹਾਡੇ ਪ੍ਰੋਡਕਟ ਦੀ ਕੁਆਲਿਟੀ ਨੂੰ ਵੀ ਡਿਟੇਲ ਕਰਦੀ ਹੈਗੀ। ਕੁਆਲਿਟੀ ਜਦੋਂ ਵੀ ਗੱਲ ਕਰੀ ਜਾਊਗੀ ਤਾਂ ਕੁਆਲਿਟੀ ਦੀ ਸਾਰੀਆਂ ਡਾਇਮੈਂਸ਼ਨਸ ਨੇ। ਅਗਰ ਕਿਸੇ ਕਸਟਮਰ ਜਾਂ ਕੋਈ ਕਮਿਊਨਿਟੀ ਦੇ ਵਿੱਚ ਜਾਂ ਪਰਸਨ ਦੇ ਵਿੱਚ ਤੁਹਾਡੀਆਂ ਸਾਰੀਆਂ ਚੀਜ਼ਾਂ ਮਾਰਕੀਟ 'ਚ ਹੈਗੀਆਂ ਨੇ ਤਾਂ ਤੁਹਾਡੇ ਪ੍ਰੋਡਕਟ ਦੀ ਕੁਆਲਿਟੀ ਆਟੋਮੈਟਿਕਲੀ ਕਰਕੇ ਇੰਕਰੀਜ਼ ਹੋਣੀ ਚਲੀ ਜਾਂਦੀ ਹੈ। ਨਹੀਂ, ਨੀਚੇ ਲੱਗ ਰਹੀ ਹੈ ਲੈਬ ਦੇ ਸਾਹਮਣੇ ਰੂਮ में। ਉਸ ਤੋਂ ਬਾਅਦ ਹੈਗਾ ਐਲੀਮੈਂਟਸ ਆਫ ਏ ਕੁਆਲਿਟੀ। ਜਦੋਂ ਤੁਸੀਂ ਕਿਸੇ ਕੰਪਨੀ ਦੇ ਵਿੱਚ ਪ੍ਰੋਡਕਟ ਮੇਨਟੇਨ ਕਰਨ ਜਾ ਰਹੇ ਹੋ ਤਾਂ ਉੱਥੇ ਕੁਆਲਿਟੀ ਰਿਗਾਰਡਿੰਗ ਕੁਝ ਐਲੀਮੈਂਟ ਨੇ। ਸਭ ਤੋਂ ਪਹਿਲਾਂ ਹੈਗਾ ਕ੍ਰੀਏਟਿਵ ਡਿਜ਼ਾਈਨ। ਤੁਸੀਂ ਆਪਣੇ ਪ੍ਰੋਡਕਟ ਦਾ ਪਹਿਲਾਂ ਤੋਂ ਹੀ ਇੱਕ ਡਿਜ਼ਾਈਨ ਰੈਡੀ ਕਰੋ, ਇਹ ਕੁਆਲਿਟੀ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪ੍ਰੋਡਕਟ ਦਾ ਡਿਜ਼ਾਈਨ ਹੋਇਆ ਹੀ ਨਹੀਂ ਹੈ, ਤੁਸੀਂ ਕਹੋਗੇ ਅਸੀਂ ਪ੍ਰੋਡਕਟ ਬਣਾ ਦਾਂਗੇ ਤਾਂ ਫਿਰ ਕੁਝ ਵੀ ਬਣ ਕੇ ਆ ਜਾਊਗਾ। ਸਭ ਤੋਂ ਪਹਿਲਾਂ ਜ਼ਰੂਰੀ ਹੈਗਾ ਕਿ ਪ੍ਰੋਪਰ ਡਿਜ਼ਾਈਨ ਐਜ਼ ਪਰ ਦੀ CAD ਮੀਨਸ ਕੰਪਿਊਟਰ ਐਪਲੀਕੇਬਿਲਿਟੀ ਜਾਂ ਫਿਰ ਕੰਪਿਊਟਰ ਐਡਿਟ ਡਿਜ਼ਾਈਨ ਅਸੀਂ ਯੂਜ਼ ਕਰੀਏ ਜਿਸ ਦਾ ਸਾਨੂੰ ਬੈਨੀਫਿਟ ਹੋ ਸਕਦਾ। ਅੱਜ ਦੇ ਟਾਈਮ ਤੁਸੀਂ ਮੋਸਟਲੀ ਕੰਪਨੀਜ਼ ਦੇਖਦੇ ਹਾਂ ਜਦੋਂ ਕਿ ਪ੍ਰੋਡਕਟ ਲੈ ਕੇ ਆਉਂਦੀਆਂ ਐਡਵਰਟਾਈਜ਼ਮੈਂਟ ਕੰਪਿਊਟਰ ਬੇਸ ਤੇ ਹੀ ਹੁੰਦੀਆਂ ਨੇ। ਉਹਦੇ ਵਿੱਚ ਅਗਰ ਕੋਈ ਚੇਂਜਸ ਹੋਣ ਲੱਗਦੇ ਤਾਂ ਵਾਰ-ਵਾਰ ਚੇਂਜਸ ਕਰਦੇ ਚਲੇ ਜਾਣਗੇ। ਉਹ ਪ੍ਰੋਡਕਟ ਲੋਕਾਂ ਦੇ ਮਾਈਂਡ ਦੇ ਈਜ਼ੀਲੀ ਵਿੱਚ ਪਹੁੰਚਾਇਆ ਜਾਂਦਾ ਹੈਗਾ ਕਿ ਇਹ ਪ੍ਰੋਡਕਟ ਤੁਹਾਡੇ ਬੈਨੀਫਿਟ ਲਈ ਹੋ ਸਕਦਾ ਹੈਗਾ। ਦੂਸਰਾ ਹੈਗਾ ਡਿਗਰੀ ਆਫ ਵਿਚ ਦੀ ਪ੍ਰੋਡਕਟ ਔਰ ਸਰਵਿਸਿਜ਼ ਐਡਰੈਸ ਟੂ ਦੀ ਡਿਜ਼ਾਈਨ। ਕਿਸ ਲੈਵਲ ਤੱਕ ਤੁਸੀਂ ਉਹਦੀ ਡਿਜ਼ਾਈਨਿੰਗ ਕਰ ਸਕਦੇ ਹੋ, ਇਹ ਵੀ ਮੈਟਰ ਕਰਦਾ ਹੈ। ਕੋਈ ਡਿਜ਼ਾਈਨਿੰਗ ਇੱਦਾਂ ਨਹੀਂ ਹੈ ਕਿ ਅਸੀਂ ਮੈਂ ਕਹੇ ਵੀ ਕਿਸੇ ਵੀ ਪਰਸਨ ਨੂੰ ਕਹਿ ਕੇ ਡਿਜ਼ਾਈਨਿੰਗ ਕਰਵਾ ਲਈ, ਉਹ ਡਿਜ਼ਾਈਨਿੰਗ ਦਾ ਇਫੈਕਟ ਲੋਕਾਂ ਦੇ ਉੱਪਰ ਪੈਂਦੇ। ਹੁਣ ਐਗਜ਼ਾਮਪਲ ਵੀ ਕੰਪਨੀਆਂ ਐਡ ਕਰਵਾਉਂਦੀਆਂ ਨੇ, ਐਡ ਜਦੋਂ ਵੀ ਕਰਵਾਉਣਗੀਆਂ ਕਿਸੇ ਨਾ ਕਿਸੇ ਸਪੈਸ਼ਲ ਪਰਸਨ ਨੂੰ ਬੁਲਾ ਕੇ ਹੀ ਕਰਵਾਈ ਜਾਣਗੀਆਂ। ਜਦੋਂ ਸਾਨੂੰ ਬੈਨੀਫਿਟ ਲੱਗਦਾ ਹੋਊ ਕਿ ਹਾਂ ਅਸੀਂ ਇਸ ਐਕਟਰ ਨੂੰ ਪਸੰਦ ਕਰਦੇ ਹਾਂ। ਮੈਂ ਐਗਜ਼ਾਮਪਲ ਕਹਾਂ ਮੋਬਾਈਲ ਦੀ ਐਡ ਮੋਸਟਲੀ ਰਣਬੀਰ ਕਪੂਰ ਹੋ ਗਿਆ ਜਾਂ ਫਿਰ ਕੋਈ ਰਿਤਿਕ ਰੋਸ਼ਨ ਹੋ ਗਿਆ, ਇੱਦਾਂ ਦੇ ਐਕਟਰਸ ਨੂੰ ਲੈ ਜਾਣਗੇ ਵੀ ਉਹਨਾਂ ਨੂੰ ਲੱਗਦਾ ਕਿ ਸਾਨੂੰ ਇਹਨਾਂ ਦੇ ਉੱਪਰ ਭਰੋਸਾ ਹੈਗੀ ਹੈ, ਜੋ ਫੋਨ ਆ ਰਹੇ ਨੇ ਬੈਟਰ ਹੀ ਆ ਰਹੇ, ਲੋਕ ਉਹਨੂੰ ਖਰੀਦਣਾ ਪਸੰਦ ਕਰਦੇ ਨੇ ਤਾਂ ਉਹ ਪ੍ਰੋਪਰ ਡਿਜ਼ਾਈਨਿੰਗ ਉਹਦੀ ਹੋਣੀ ਚਾਹੀਦੀ। ਹੁਣ ਉੱਥੇ ਕਿਹਾ ਜਾਵੇ ਵੀ ਮੈਨੂੰ ਬੁਲਾ ਕੇ ਡਿਜ਼ਾਈਨਿੰਗ ਕਰਾਉਣੀ ਹੈ, ਹੋ ਸਕਦਾ ਲੋਕ ਮੋਬਾਈਲ ਖਰੀਦਣ ਹੀ ਨਾ, ਕਿਉਂਕਿ ਸਾਨੂੰ ਕਿਹੜਾ ਕੋਈ ਜਾਣਦਾ ਹੈਗਾ। ਲੋਕ ਅਸੀਂ ਮੋਸਟਲੀ ਕੁਝ ਪਰਸਨ ਜਾਣਦੇ ਹੋਣਗੇ, ਉਹ ਲੋਕ ਸਾਡੀ ਮੇ ਵੀ ਸਰ ਗੱਲ ਸੁਣ ਸਕਦੇ ਹਨ। ਲੇਕਿਨ ਪ੍ਰੋਪਰ ਡਿਜ਼ਾਈਨਿੰਗ ਦੇ ਵਿੱਚ ਐਡਰੈਸ ਹੋਣਾ ਵੀ ਜ਼ਰੂਰੀ ਹੈ ਕਿ ਤੁਸੀਂ ਕਿਸ ਤਰ੍ਹਾਂ ਕਿਸੇ ਲੋਕ ਕਮਿਊਨਿਟੀ ਦੇ ਵਿੱਚ ਆਪਣੀ ਜੋ ਇਨਫੋਰਮੇਸ਼ਨ ਹੈ ਲੋਕਾਂ ਤੱਕ ਪਹੁੰਚਾ ਸਕਦੇ ਹੋ। ਥਰਡ ਹੈਗਾ ਯੂਜ਼ੇਬਿਲਿਟੀ। ਯੂਜ਼ੇਬਿਲਿਟੀ ਹੋਗਾ ਕਿ ਜਿਹੜਾ ਪ੍ਰੋਡਕਟ ਹੈ ਉਹ ਕਿੱਥੇ ਕਿਸ ਲੈਵਲ ਤੱਕ ਔਰ ਕਿਵੇਂ ਯੂਜ਼ ਕਰਿਆ ਜਾ ਸਕਦਾ ਹੈ ਔਰ ਕੌਣ ਲੋਕ ਉਹਨਾਂ ਨੂੰ ਯੂਜ਼ ਕਰ ਸਕਦੇ ਨੇ। ਹਮੇਸ਼ਾ ਪ੍ਰੋਡਕਟ ਕਮਿਊਨਿਟੀ ਦੇ ਵਿੱਚ ਜਿੰਨੇ ਪ੍ਰਕਾਰ ਦੇ ਵੀ ਲੋਕ ਰਹਿ ਰਹੇ ਨੇ, ਲੋਅਰ ਸਟੈਂਡਰਡ ਹੋ ਗਏ, ਮਿਡਲ ਸਟੈਂਡਰਡ ਹੋ ਗਏ, ਹਾਈ ਸਟੈਂਡਰਡ, ਸਾਰਿਆਂ ਨੂੰ ਦੇਖ ਕੇ ਹੀ ਬਣਾਇਆ ਜਾਣਾ ਚਾਹੀਦਾ ਹੈਗਾ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜੋ ਅਸੀਂ ਪ੍ਰੋਡਕਟ ਬਣਾ ਰਹੇ ਹਾਂ ਸਿਰਫ ਹਾਈ ਸਟੈਂਡਰਡ ਵਾਲੇ ਲੋਕ ਹੀ ਉਹਨੂੰ ਖਰੀਦ ਸਕਦੇ ਨੇ, ਤਾਂ ਉਹ ਮਾਰਕੀਟ 'ਚ ਇੱਦਾਂ ਦਾ ਪ੍ਰੋਡਕਟ ਸਿਰਫ ਸਮ ਟਾਈਮ ਲਈ ਹੁੰਦਾ ਹੈ। ਪ੍ਰੋਡਕਟ ਆਲਵੇਸ ਉਹ ਹੋਣਾ ਚਾਹੀਦਾ ਜੋ ਲੌਂਗ ਟਾਈਮ ਲਈ ਯੂਜ਼ ਹੋ ਸਕੇ ਔਰ ਯੂਜ਼ੇਬਲ ਕੋਈ ਵੀ ਪਰਸਨ ਉਹ ਖਰੀਦਣਾ ਚਾਹੀਦਾ ਕੋਈ ਖਰੀਦ ਵੀ ਸਕਦਾ ਹੈ। ਉਸ ਤੋਂ ਬਾਅਦ ਹੈਗਾ ਅਲਟਰ ਡਾਇਵਰਸਿਟੀ ਸਰਵਿਸਿਜ਼। ਅਗਰ ਤੁਸੀਂ ਪ੍ਰੋਡਕਟ ਮਾਰਕੀਟ 'ਚ ਲੈ ਕੇ ਆ ਰਹੇ ਹੋ ਤਾਂ ਉਸ ਦੇ ਨਾਲ ਤੁਹਾਡੀਆਂ ਕੀ ਸਰਵਿਸਿਜ਼ ਹੋਣਗੀਆਂ ਜੋ ਟਾਈਮ ਨਾਲ ਕਿਸੇ ਵੀ ਕਸਟਮਰ ਨੂੰ ਮਿਲ ਸਕਦੀਆਂ ਹਨ। ਇਹ ਜ਼ਰੂਰੀ ਹੈ ਕਿਸੇ ਵੀ ਕੰਪਨੀ ਵਿੱਚ ਕੁਆਲਿਟੀ ਲਈ ਐਲੀਮੈਂਟਸ। ਤੁਸੀਂ ਪ੍ਰੋਡਕਟ ਬਣਾ ਦਿਓ, ਤੁਸੀਂ ਕਹੋਗੇ ਸਾਡੇ ਪ੍ਰੋਡਕਟ 'ਤੇ ਕੋਈ ਪ੍ਰੋਬਲਮ ਆਉਂਦੀ ਨਹੀਂ, ਅਸੀਂ ਕੋਈ ਉਹਦੇ ਲਈ ਵਾਰੰਟੀ ਜਾਂ ਗਾਰੰਟੀ ਕੁਝ ਵੀ ਪ੍ਰੋਵਾਈਡ ਨਹੀਂ ਕਰ ਰਹੇ। ਅਗਰ ਪ੍ਰੋਵਾਈਡ ਕਰ ਰਹੇ ਹਾਂ ਤਾਂ ਕਿਸ ਤਰ੍ਹਾਂ ਕਿਸੇ ਕਸਟਮਰ ਨੂੰ ਬੈਨੀਫਿਟ ਮਿਲ ਸਕਦੇ ਨੇ ਉਹਦਾ ਵੀ ਤੁਹਾਨੂੰ ਮੈਟਰ ਕਰਨਾ ਜ਼ਰੂਰੀ ਹੈ। ਮੈਂ ਐਗਜ਼ਾਮਪਲ ਇਹਦੇ ਵਿੱਚ ਲਾਵਾਂ, ਡੈਲ ਕੰਪਨੀ ਦਾ ਲੈਪਟਾਪ ਹੈ। ਇਹਦੇ ਵਿੱਚ ਤੁਸੀਂ ਅਗਰ ਲੈਪਟਾਪ ਖਰੀਦਦੇ ਹੋ ਇਹ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, 1 ਸਾਲ ਦੀ ਵਾਰੰਟੀ ਹੈ ਚਾਹੇ 2 ਸਾਲ ਦੀ ਵਾਰੰਟੀ ਹੈ। ਅਗਰ ਇਹ ਟੁੱਟ ਵੀ ਜਾਂਦਾ ਹੈਗਾ ਤਾਂ ਤੁਹਾਨੂੰ ਘਰ ਆ ਕੇ ਫ੍ਰੀ ਕੋਸਟ ਦੇ ਵਿੱਚ ਜੋੜ ਕੇ ਵੀ ਦਿੰਦੇ ਹੈਗੇ। ਲੇਕਿਨ ਮੈਟਰ ਇਹ ਨਹੀਂ ਕਿ ਤੁਸੀਂ ਖੁਦ ਤੋੜ ਦੋਗੇ, ਹਾਂ ਆ ਜਾਏਗਾ। ਜਦੋਂ ਕੋਈ ਪ੍ਰੋਬਲਮ ਆਊਗੀ ਤਾਂ ਤੁਹਾਨੂੰ ਪਹਿਲਾਂ ਤਾਂ ਆਨਲਾਈਨ ਹੀ ਤੁਹਾਨੂੰ ਐਕਸੈਸਿਬਿਲਿਟੀ ਦੇਣਗੇ ਕਿ ਤੁਸੀਂ ਇਸ ਤਰ੍ਹਾਂ ਕੋਈ ਪੇਚਕਸ ਜਾਂ ਕੁਝ ਵੀ ਯੂਜ਼ ਕਰੋ, ਇਹਨੂੰ ਓਪਨ ਕਰਕੇ ਦੇਖੋ ਕੋਈ ਪ੍ਰੋਬਲਮਸ ਤੁਹਾਨੂੰ ਨਜ਼ਰ ਆ ਰਹੀਆਂ ਨੇ। ਬਾਈ ਦਾ ਵੀ ਇੱਦਾਂ ਕਰਦੇ ਕੁਝ ਬ੍ਰੇਕੇਜ ਜਾਂ ਫਿਰ ਕੁਝ ਇੱਦਾਂ ਟੁੱਟ ਭੱਜ ਹੋ ਜਾਂਦੀ ਹੈ ਤਾਂ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਕਿਉਂਕਿ ਕੰਪਨੀ ਖੁਦ ਆ ਕੇ ਦੂਰ ਕਰਦੇ ਜਾਂਦੀ ਹੈ। ਅਗਰ ਨਹੀਂ ਤੁਹਾਡੇ ਤੋਂ ਸਰਵਿਸ ਯੂਜ਼ ਹੋ ਰਹੀ ਤਾਂ ਕਸਟਮਰ ਵਿੱਚ ਤੁਹਾਨੂੰ ਕੋਈ ਇੱਕ ਰਿਪਰੈਜ਼ੈਂਟੇਟਿਵ 1 ਜਾਂ 2 ਦਿਨ ਤੁਹਾਡੇ ਕੋਲ ਆਏਗਾ ਫ੍ਰੀ ਆਫ ਕੋਸਟ। ਹੋਰ ਤਾਂ ਹੋਰ ਤੁਹਾਡੇ ਕੋਲ ਮੀਨਸ ਉਹਨਾਂ ਨੂੰ ਚਾਹ ਪਾਣੀ ਵੀ ਨਹੀਂ ਪੀਣਾ ਹੈਗਾ। ਇੱਦਾਂ ਦੀ ਸਰਵਿਸਿਜ਼ ਵੀ ਕੰਪਨੀ ਪ੍ਰੋਵਾਈਡ ਕਰਦੀਆਂ ਨੇ ਵੀ ਅਸੀਂ ਨਹੀਂ ਯੂਜ਼ ਕਰ ਸਕਦੇ ਹੈਗੇ। ਤੁਸੀਂ ਕਸਟਮਰ ਨੂੰ ਮਤਲਬ ਤੁਹਾਡੇ ਕੋਲ ਜਿਹੜਾ ਰਿਪਰੈਜ਼ੈਂਟੇਟਿਵ ਆਇਆ ਹੋਊਗਾ, ਅਗਰ ਕਸਟਮਰ ਉਹਨੂੰ ਕਿਸੇ ਪ੍ਰਕਾਰ ਦੀ ਸਰਵਿਸ ਐਜ਼ ਮੀਨਸ ਕੋਈ ਚਾਹ ਪੀ ਲਓ, ਪਾਣੀ ਪੀ ਲਓ, ਉਹ ਯੂਜ਼ ਨਹੀਂ ਕਰਦੇ। ਲੇਕਿਨ ਅਗਰ ਪੀ ਵੀ ਲੈਣਗੇ ਤਾਂ ਤੁਹਾਨੂੰ ਜ਼ਰੂਰ ਕਰਕੇ ਜਾਣਗੇ ਵੀ ਕੰਪਨੀ ਨੂੰ ਨਾ ਕਿਤੇ ਕਹਿ ਦਿਓ ਵੀ ਅਸੀਂ ਚਾਹ ਪਾਣੀ ਪੀ ਕੇ ਗਏ ਹੈਗੇ ਵੀ ਸਾਡੀ ਜੌਬ ਦੇ ਉੱਪਰ ਇੱਕ ਮੀਨਸ ਹਾਰਮ ਹੋ ਸਕਦਾ ਕਿ ਸਾਡੀ ਜੌਬ ਵੀ ਜਾ ਸਕਦੀ ਹੈ। ਕੰਪਨੀ ਸਾਨੂੰ ਇੱਦਾਂ ਕਹਿੰਦੀ ਹੈ ਕਿ ਅਸੀਂ ਤੁਹਾਨੂੰ ਸਾਰੀ ਸਰਵਿਸਿਜ਼ ਦੇ ਰਹੇ ਹਾਂ, ਤੁਸੀਂ ਕਸਟਮਰ ਕੋਲ ਜਾ ਕੇ ਡਿਮਾਂਡ ਨਹੀਂ ਕਰ ਸਕਦੇ। ਤੇ ਇਹ ਵੀ ਇੱਕ ਮੈਟਰ ਕਰਦਾ ਹੈਗਾ ਐਲੀਮੈਂਟਸ ਆਫ ਕੁਆਲਿਟੀ ਦੇ ਵਿੱਚ ਕਿ ਅਗਰ ਤੁਸੀਂ ਡਿਲੀਵਰੀ ਸਰਵਿਸਿਜ਼ ਪ੍ਰੋਪਰ ਤਰੀਕੇ ਨਾਲ ਦੇ ਰਹੇ ਹੋ ਕਿਸੇ ਕਸਟਮਰ ਨੂੰ ਤਾਂ ਉਹਦਾ ਬੈਨੀਫਿਟ ਤੁਹਾਨੂੰ ਜ਼ਿਆਦਾ ਹੋਊਗਾ, ਤੁਹਾਡੀ ਕੰਪਨੀ ਦਾ ਕੁਆਲਿਟੀ ਜੋ ਹੈ ਉਨੀ ਹੀ ਇਨਕਰੀਜ਼ ਹੁੰਦੀ ਚਲੀ ਜਾਊਗੀ। ਇਹ ਸੀਗੇ ਐਲੀਮੈਂਟਸ ਆਫ ਕੁਆਲਿਟੀ ਕਿਸੇ ਵੀ ਕੰਪਨੀ ਦੇ ਵਿੱਚ। ਜਦੋਂ ਕੋਈ ਕੰਪਨੀ ਆਪਣੇ ਪ੍ਰੋਡਕਟ ਨੂੰ ਬਣਾਊਗੀ ਤਾਂ ਇਹ ਸਾਰੀ ਚੀਜ਼ਾਂ ਨੂੰ ਡੀਲ ਕਰਕੇ ਚੱਲਣਾ ਪੈਂਦਾ ਹੈ। ਅੱਜ ਲਈ ਇੰਨਾ ਕੀ ਬਹੁਤ ਹੈ, ਨੈਕਸਟ ਆਪਾਂ ਕੱਲ੍ਹ ਵਾਲੀ ਕਲਾਸ ਕਰਾਂਗੇ।